ਕਾਂਗਰਸ ਦੇ ਮੁੱਖ ਕਰਤਾ ਜੋ ਮੰਨੇ ਜਾ ਰਹੇ ਨੇ ਇਸ ਵੇਲੇ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੇ ਕਾਂਗਰਸ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਕੀ ਮਾਇਨੇ ਕੀ ਮੰਨਦੇ ਹੋ? 4 ਮਹੀਨੇ ਤੁਹਾਡੇ ਕੋਲ ਟੋਟਲ ਨਹੀਂ ਰਹੇ, ਮੁੱਖ ਮੰਤਰੀ ਤੁਹਾਡਾ ਚਿਹਰਾ ਆ ਗਿਆ, ਤੁਸੀਂ ਜਿਹੜਾ ਰეკਮੈਂਡ ਕੀਤਾ ਉਹ ਚਿਹਰਾ ਉਹਨਾਂ ਨੇ ਲਾਤਾ, ਉਹਨਾਂ ਨੇ ਅੱਗੋਂ ਉਸ ਮੁਤਾਬਕ ਕੰਮ ਵੀ ਸ਼ੁਰੂ ਕਰਤੇ ਜੀ। 48 ਘੰਟਿਆਂ ਬਾਅਦ ਇਹਨਾਂ ਨੇ ਅੱਜ ਸਵੇਰੇ ਸਾਰਿਆਂ ਨੂੰ ਜਿਹੜੇ ਵਿਭਾਗ ਵੰਡੇ ਉਹ ਵਿਭਾਗ ਵੰਡੇ। ਮੇ ਵੀ ਪੋਸੀਬਿਲਿਟੀ ਹੈ ਕਲੇਰ ਸਾਹਿਬ ਜੀ ਕਿ ਉਹ ਉਹਨਾਂ ਦੇ ਮੁਤਾਬਕ ਉਹਨਾਂ ਦੀ ਸਲਾਹ ਨਾਲ ਲਈ ਗਈ ਹੋਵੇ ਜਾਂ ਵਿਭਾਗ ਉਹਨਾਂ ਦੇ ਮੁਤਾਬਕ ਨਾ ਦਿੱਤੇ ਗਏ ਹੋਣ। ਪਰ ਸੁਖਜਿੰਦਰ ਰੰਧਾਵਾ ਬੜੇ ਕਰੀਬੀ ਆ, ਉਹਨਾਂ ਨੂੰ ਸਭ ਤੋਂ ਵੱਡਾ ਵਿਭਾਗ ਮਿਲਿਆ। ਇਹ ਗੱਲ ਬੜੀ ਹਜੇ ਤੱਕ ਬੜੇ ਬੰਦਿਆਂ ਨੇ ਈਵਨ ਇੱਥੇ ਤੱਕ ਕਿ 10-15 ਮਿੰਟ ਪਹਿਲਾਂ ਹੁਣੇ ਇੱਕ ਪ੍ਰੈਸ ਕਾਨਫਰੰਸ ਚੰਨੀ ਸਾਹਿਬ ਨੂੰ ਵੀ ਕੁਐਸਚਨ ਪੁੱਛੇ ਗਏ, ਬੜੇ ਪ੍ਰੈਸ ਦੇ ਸਾਡੇ ਭਰਾਵਾਂ ਨੇ ਉੱਥੇ ਗੱਲਾਂ ਬਾਤਾਂ ਪੁੱਛੀਆਂ ਵੀ ਤੁਹਾਨੂੰ ਵੀ ਉਹਨਾਂ ਨੇ ਦੱਸਿਆ। ਸਿੱਧੂ ਸਾਹਿਬ ਬਣੇ ਪ੍ਰਧਾਨ, ਉਹ ਪ੍ਰਧਾਨ ਬਣਨ ਦੇ ਨਾਲ ਨਾਲ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਚੰਨੀ ਸਾਹਿਬ ਅਜੇ ਨਹੀਂ ਸੀ। ਉਦੋਂ ਸਿਰਫ ਇਹੀ ਦੇਖਿਆ ਜਾ ਰਿਹਾ ਸੀਗਾ ਕਿ 22 ਦੀਆਂ ਇਲੈਕਸ਼ਨਾਂ ਦੇ ਵਿੱਚ ਸਿੱਧੂ ਸਾਹਿਬ ਚਿਹਰਾ ਹੋਣਗੇ। ਇੱਕ ਪ੍ਰਧਾਨ ਹੁੰਦਾ ਵਾ ਜਾਂ ਕੋਈ ਵੱਡਾ ਚਿਹਰਾ ਹੁੰਦਾ, ਆਪਣੇ ਨਾਲ ਟੀਮ ਲੈ ਕੇ ਚੱਲਦਾ ਵਾ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਨਾਲ ਇੱਕ ਟੀਮ ਮੰਨੀ ਜਾਂਦੀ ਸੀ, ਪਰ ਜਿਵੇਂ ਹੀ ਚਰਨਜੀਤ ਸਿੰਘ ਦਾ ਨਾਮ ਅਨਾਉਂਸ ਕੀਤਾ ਸਾਰੀ ਟੀਮ ਹੌਲੀ ਹੌਲੀ ਪਿੱਛੇ ਹੋ ਗਈ ਆ। ਇੱਥੋਂ ਤੱਕ ਕਿ MP ਸੰਸਦ ਸੀਗੇ ਆਪਣੇ ਰਮਨੀਤ ਬਿੱਟੂ, ਉਹਨਾਂ ਦੇ ਵੀ ਬਿਆਨ ਬਦਲ ਗਏ ਆ, ਬ੍ਰਹਮਿੰਦਰਾ ਨੂੰ ਸਿੱਧਾ ਅਹੁਦਾ ਵੱਡਾ ਮਿਲ ਗਿਆ। ਨਵਜੋਤ ਸਿੰਘ ਸਿੱਧੂ ਦੀ ਵੀ ਟੀਮ ਹੋਣੀ ਆ ਕੋਈ ਨਾ ਕੋਈ। ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਗੱਲ ਕਰਦੇ ਹਾਂ, ਉਹ ਅੱਜ ਫੇਰ ਗਏ ਆ ਦਿੱਲੀ ਦੇ ਵਿੱਚ। ਇਹ ਵੀ ਸਵਾਲ ਚੁੱਕ ਰਹੇ ਆ ਲੋਕ ਕਿ ਗ੍ਰਹਿ ਮੰਤਰੀ ਨਾਲ ਮਿਲ ਸਕਦੇ ਆ, ਜੇ ਮਿਲ ਲਏ ਗ੍ਰਹਿ ਮੰਤਰੀ ਨਾਲ ਅਮਿਤ ਸ਼ਾਹ ਨਾਲ, ਕੀ ਪੂਰੀ ਗੇਮ ਪਲਟ ਸਕਦੀ ਹੈ? ਪਰ ਬੜੀ ਦੇਰ ਤੋਂ ਪਹਿਲਾਂ ਚਰਚਾਵਾਂ ਦੇ ਵਿੱਚ ਅਮੂਮਨ ਰਹਿ ਰਹੇ ਸੀਗੇ ਰਾਜਾ ਵੜਿੰਗ। ਅੱਛਾ, ਉਹ ਰਾਜਾ ਵੜਿੰਗ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਕੋਈ ਮੰਤਰੀ ਦਾ ਚਿਹਰਾ ਮਿਲ ਜਾਵੇ, ਠੀਕ ਹੈ, ਤੇ ਸ਼ਾਇਦ ਅਸੀਂ ਵੀ ਕੁਝ ਕਰਕੇ ਦਿਖਾਈਏ। ਸਤਿ ਸ਼੍ਰੀ ਅਕਾਲ ਜੀ, SMZ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਨਰਿੰਦਰ ਸਿੰਘ ਕਲੇਰ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਉਲਟ-ਫੇਰ ਹੋਇਆ ਏ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਕਰਕੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਵੱਡਾ ਤਖਤਾ ਪਲਟ ਹੋਇਆ। ਉਹਨਾਂ ਨੇ ਪੰਜਾਬ ਕਾਂਗਰਸ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਏ। ਤਾਂ ਇਸ ਤੋਂ ਦੂਸਰੇ ਪਾਸੇ ਲੁਧਿਆਣਾ ਦੇ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਆ ਰਹੇ ਨੇ। ਇਹਨਾਂ ਸਭ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਮੇਰੇ ਨਾਲ ਮੌਜੂਦ ਨੇ SMZ ਦੇ ਐਡੀਟਰ ਇਨ ਚੀਫ BK ਬਵੇਜਾ ਜੀ। ਸਭ ਤੋਂ ਸਵਾਗਤ ਕਰ ਲੈਂਦੇ ਆ। ਕੀ ਹਾਲ ਆ ਤੁਹਾਡਾ? ਕਿਉਂਕਿ ਪੰਜਾਬ ਦੀ ਸਰਕਾਰ ਕੋਈ ਵੀ ਹੋਵੇ, ਹਾਲ ਠੀਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਰਹੇ ਆ, ਕਿਹਾ ਜਾ ਰਿਹਾ ਹੈ ਕਿ ਗ੍ਰਹਿ ਮੰਤਰੀ ਨਾਲ ਮਿਲ ਸਕਦੇ ਆ, ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਲੁਧਿਆਣੇ ਆ ਰਹੇ ਆ। ਪਰ ਇਹ ਸਭ ਦੇ ਵਿੱਚ ਕਾਂਗਰਸ ਦੇ ਮੁੱਖ ਕਰਤਾ ਜੋ ਮੰਨੇ ਜਾ ਰਹੇ ਨੇ ਇਸ ਵੇਲੇ ਨਵਜੋਤ ਸਿੰਘ ਸਿੱਧੂ, ਉਹਨਾਂ ਦੀ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੇ ਕਾਂਗਰਸ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਕੀ ਮਾਇਨੇ ਕੀ ਮੰਨਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਹੈ, ਬੜੀ ਮੰਦਭਾਗੀ ਖਬਰ ਆਏ ਜੀ, ਜਿਹੜੀ ਐਡੀ ਜ਼ਬਰਦਸਤ, ਜਿਹੜੇ ਖੇਮੇ ਵੀ ਅਲੱਗ-ਅਲੱਗ ਵੰਡੇ ਗਏ ਸੀਗੇ ਦੋਨੇ, ਸਿੱਧੂ ਸਾਹਿਬ ਦਾ, ਕੈਪਟਨ ਸਾਹਿਬ ਦਾ, ਜੋ ਅੱਜ ਤੱਕ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਦੀ ਹੈਲਪ ਮਦਦ ਕੀਤੀ ਜਾਂ ਇਹਨਾਂ ਦਾ ਹੱਥ ਫੜ ਕੇ ਇਹਨਾਂ ਨੂੰ ਗੱਦੀ ਸੀਟ ਦਿੱਤੀ। ਔਰ ਈਵਨ ਇੱਕ ਜਦੋਂ ਤਖਤਾ ਵੀ ਪਲਟਿਆ ਗਿਆ, ਈਵਨ ਇੱਥੇ ਤੱਕ ਕਿ ਅਮਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦਰਕਨਾਰ ਵੀ ਕੀਤਾ ਉਹਨਾਂ ਨੇ। ਇੱਕ ਨਵੇਂ ਚਿਹਰੇ, ਜਿਵੇਂ ਆਪਾਂ ਇਹ ਸੁਣਿਆ ਸੀਗਾ, ਕਹਿੰਦੇ ਸੀ ਵੀ ਰਾਹੁਲ ਗਾਂਧੀ ਵੀ ਮੈਂ ਯੰਗ ਬਲੱਡ ਬੰਦੇ ਲੈ ਕੇ ਆਉਣੇ ਆ, ਮੈਂ ਆਪਣੇ ਮੁਤਾਬਕ, ਉਹਨਾਂ ਵੀ ਕਿਤੇ ਨਾ ਕਿਤੇ ਉਹ ਵੀ ਪੰਜਾਬ ਸਰਕਾਰ ਤੋਂ ਜਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਥੋੜਾ ਜਿਹਾ ਨਾ ਖੁਸ਼ ਲੱਗਦੇ ਸੀ। ਉਹ ਉਹਨਾਂ ਨੇ ਸਾਰੀਆਂ ਚੀਜ਼ਾਂ ਸਿੱਧੂ ਸਾਹਿਬ ਦੀਆਂ ਪੂਰੀਆਂ ਕੀਤੀਆਂ, ਠੀਕ ਹੈ, ਉਹਨਾਂ ਦੇ ਮੁਤਾਬਕ। ਇਹ ਜਿਹੜਾ ਬਹੁਤ ਵੱਡਾ ਇਸ ਸਰਕਾਰ ਦੇ ਵਿੱਚ, ਇਸ ਸੰਗਠਨ ਦੇ ਵਿੱਚ ਜਿਹੜਾ ਬਹੁਤ ਵੱਡਾ ਇੱਕ ਟਵਿਸਟ ਹੋਇਆ, ਔਰ ਸਿੱਧੂ ਸਾਹਿਬ ਨੇ ਇੱਕ ਇਹੋ ਜਿਹੀ ਅਚੰਭੇ ਦੀ ਖਬਰ ਦਿੱਤੀ ਹੈ ਜਿਹੜੀ ਕੋਈ ਬੰਦਾ ਸੋਚ ਨਹੀਂ ਸਕਦਾ। ਇਹ ਜਿਹੜੀ ਖਬਰ ਹੈ, ਇਹ ਦੇਖੋ ਕਾਂਗਰਸ ਦੀ ਇੱਕ ਵਾਰ ਤਾਂ ਪਿੱਠ ਲਵਾਊਗੀ। ਉਹਦਾ ਕਾਰਨ ਇਹ ਹੈ, ਕਿਹਦੇ ਸਿਰ ਤੇ ਹਾਈ ਕਮਾਂਡ ਨੇ ਇੱਥੇ ਪੰਜਾਬ ਦਾ ਐਡਾ ਵੱਡਾ, ਪੰਜਾਬ ਦੀਆਂ 22 ਦੀਆਂ ਇਲੈਕਸ਼ਨਾਂ ਆ ਰਹੀਆਂ, ਐਡਾ ਵੱਡਾ ਜਸਟ ਲਾਈਕ ਜਿਹਨੂੰ ਆਪਾਂ ਕਹਿ ਸਕਦੇ ਜੂਆ ਖੇਲਿਆ। ਵੀ ਕੈਪਟਨ ਦਾ ਐਡਾ ਵੱਡਾ ਚਿਹਰਾ ਜਿਹੜਾ ਕਿ ਜਿਹਦੇ ਤੇ 9.5 ਸਾਲ ਮੁੱਖ ਮੰਤਰੀ ਰਹੇ, ਉਹਨੂੰ ਪਿੱਛੇ ਦਰਕਨਾਰ ਕਰਕੇ ਸਿੱਧੂ ਦੀ ਮੁੱਖ ਰੱਖ ਕੇ ਉਹਨੂੰ ਪਹਿਲਾਂ ਤਾਂ ਪਾਰਟੀ ਦਾ ਪ੍ਰਧਾਨ ਬਣਾਇਆ। ਪ੍ਰਧਾਨ ਬਣਾਉਣ ਦੇ ਨਾਲ ਨਾਲ ਜਿੱਦਾਂ ਉਹਦੀ ਰਜਾਮੰਦੀ ਨਾਲ ਕਿ ਭਾਈ ਸਾਡੇ 18 ਸੂਤਰੀ ਪ੍ਰੋਗਰਾਮ ਨਹੀਂ ਹੋ ਰਹੇ, ਕੰਮ ਨਹੀਂ ਹੋ ਰਹੇ, ਵੀ ਮੈਂ ਇੱਥੇ ਆ ਚਾਹੁੰਦਾ ਵਾਂ, ਉਹ ਸਾਰੀਆਂ ਮੀਟਿੰਗਾਂ ਡੇ ਬਾਈ ਡੇ ਮੀਟਿੰਗਾਂ ਕਰਕੇ
ਉਹ ਜਿਵੇਂ ਪੰਜਾਬ ਦਾ ਤਖਤਾ ਪਲਟਿਆ, ਉਸ ਤਖਤੇ ਪਲਟ ਦੇ ਵਿੱਚ ਜਿਸ ਤਰ੍ਹਾਂ ਕਿਹਾ ਜਾ ਸਕਦਾ ਵੀ ਇਹ ਸਰਕਾਰ ਦੇ ਵਿੱਚ ਜਿਵੇਂ ਹੁਣ ਜੀ ਮੁੱਖ ਮੰਤਰੀ ਵੀ ਇਹਨਾਂ ਦੇ ਮੁਤਾਬਕ ਮਿਲਿਆ, ਇਹਨਾਂ ਦੇ ਮੁਤਾਬਕ ਹੀ ਬੰਦੇ ਲਾਏ ਗਏ, ਇਹਨਾਂ ਦੇ ਮੁਤਾਬਕ ਹੀ ਸਾਰੀ ਕੈਬਨਿਟ ਤਿਆਰ ਕੀਤੀ ਜੀ। ਇਹ ਜਿਹੜੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੈਗੀ। ਔਰ ਮੇਰੇ ਖਿਆਲ ਨਾਲ ਇਹ ਜਿਹੜੀ ਸਿੱਧੂ ਸਾਹਿਬ ਨੇ ਵੀ ਕਿਹਾ ਜਾ ਸਕਦਾ ਹੈ ਕਿ ਜਿਵੇਂ ਕੈਪਟਨ ਸਾਹਿਬ ਬਾਰ-ਬਾਰ ਕਹਿੰਦੇ ਸੀਗੇ ਜੀ, ਕੈਪਟਨ ਸਾਹਿਬ ਨੇ ਈਵਨ ਥੋੜੀ ਦੇਰ ਪਹਿਲਾਂ ਟਵੀਟ ਵੀ ਕੀਤਾ, ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਵੀ ਇਹ ਕੁਝ ਹੀ ਦਿਨਾਂ 'ਚ ਪਤਾ ਚੱਲ ਜੂਗਾ ਹਾਈ ਕਮਾਂਡ ਨੂੰ ਵੀ ਕਿ ਸਿੱਧੂ ਦੀਆਂ ਸਾਰੇ ਕਾਰਨਾਮੇ ਆ। ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਸੀਗਾ ਵੀ ਦੇਖ ਲਿਆ ਵੀ ਇਹ ਕਿੱਥੇ ਖੜਦਾ ਹੈ, ਕੀ ਹੈ। ਔਰ ਤਾਂ ਹੀ ਉਹ ਬਾਰ-ਬਾਰ ਇੱਕੋ ਚੀਜ਼ ਕਹਿੰਦੇ ਸੀ ਵੀ ਇਹ ਬੰਦੇ ਤੇ ਭਰੋਸਾ ਨਾ ਕਰੋ, ਨਾ ਕਰੋ, ਨਾ ਕਰੋ। ਔਰ ਉਹ ਚੀਜ਼ ਜਿਹੜੀ ਹੈ ਨਾ ਉਹਨਾਂ ਨੇ ਪ੍ਰੂਵ ਕਰਤੀ ਆ। ਜਿਵੇਂ ਮੰਨਦੇ ਆ ਕਿ ਹਾਈ ਕਮਾਂਡ ਪਾਵਰਫੁਲ ਹੁੰਦੀ ਹੈ ਸਭ ਤੋਂ ਵੱਧ। ਬਿਲਕੁਲ। ਉੱਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਬੜੇ ਕਰੀਬ ਮੰਨੇ ਜਾ ਰਹੇ ਸੀ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਨੂੰ ਵੀ ਪਤਾ ਲੱਗਿਆ ਨਹੀਂ ਵੀ ਕੀ ਖੇਡ ਖੇਡਣ ਜਾ ਰਹੇ ਇਸ ਤਰ੍ਹਾਂ ਦੀ। ਬਿਲਕੁਲ ਠੀਕ ਹੈ। ਦੇਖੋ ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਵੀ ਸਿਆਸਤ ਹੈ, ਪੋਲਿਟਿਕਸ ਦੇ ਵਿੱਚ ਬਹੁਤ ਕੁਝ ਜੋ ਚੀਜ਼ਾਂ ਨਾਮੁਮਕਿਨ ਹਨ ਇਹ ਪੋਲਿਟਿਕਸ ਇੱਕ ਮੁਮਕਿਨ ਕਰ ਦਿੰਦੀ ਉਹਨੂੰ। ਉਹ ਮੁਮਕਿਨ ਕਰਨ ਦਾ ਇੱਕੋ ਇਹੀ ਗੱਲ ਹੈ। ਦੇਖੋ ਅੱਜ ਪਬਲਿਕ ਲਈ ਇੱਕ ਸਾਈਡ ਤੇ ਆਪਾਂ ਇਹ ਗੱਲ ਕਹਿੰਦੇ ਆ ਕਿ ਆਪਾਂ ਰਿਜ਼ਾਈਨ ਪਾਉਂਦੇ ਆ, ਰਿਜ਼ਾਈਨ ਦੇ ਵਿੱਚ ਇਹ ਕਹਿੰਦੇ ਆ ਕਿ ਮੈਂ ਪੰਜਾਬ ਦੀ ਪਬਲਿਕ ਨਾਲ ਧੋਖਾ ਨਹੀਂ ਕਰ ਸਕਦਾ ਜੀ, ਮੈਂ ਪੰਜਾਬ ਵਾਸਤੇ ਕੋਈ ਇਸ ਤਰ੍ਹਾਂ ਦਾ ਪਿੱਠ ਨਹੀਂ ਲਵਾ ਸਕਦਾ, ਪੰਜਾਬ ਦੇ ਕੰਮਾਂ ਨੂੰ ਮੈਂ ਮੁੱਖ ਰੱਖਿਆ। ਵੀ ਤੁਸੀਂ ਕੁਝ ਟਾਈਮ ਸਮਾਂ ਦੇਖੋ, ਤੁਸੀਂ 2 ਮਹੀਨੇ ਤੁਹਾਨੂੰ ਮੰਨ ਲਓ ਸੰਗਠਨ ਦੇ ਪ੍ਰਧਾਨ ਬੰਦੀ ਹੋਏ, ਨਾਲ ਦੀ ਨਾਲ ਤਖਤਾ ਪਲਟ ਗਿਆ, 4 ਮਹੀਨੇ ਤੁਹਾਡੇ ਕੋਲ ਟੋਟਲ ਨਹੀਂ ਰਹੇ, ਮੁੱਖ ਮੰਤਰੀ ਤੁਹਾਡਾ ਚਿਹਰਾ ਆ ਗਿਆ, ਤੁਸੀਂ ਜਿਹੜਾ ਰეკਮੈਂਡ ਕੀਤਾ ਉਹ ਚਿਹਰਾ ਉਹਨਾਂ ਨੇ ਲਾਤਾ, ਉਹਨਾਂ ਨੇ ਅੱਗੋਂ ਉਸ ਮੁਤਾਬਕ ਕੰਮ ਵੀ ਸ਼ੁਰੂ ਕਰਤੇ। ਜਿਸ ਦਿਨ ਪਹਿਲੇ ਦਿਨ ਮੁੱਖ ਮੰਤਰੀ ਦਾ ਚਿਹਰਾ ਬਣਿਆ, ਉਸ ਚਿਹਰੇ ਦੇ ਮੁਤਾਬਕ ਜੋ ਪਹਿਲੇ ਦਿਨ ਦੀ ਰਾਤ 12 ਵਜੇ ਤੱਕ ਡਿਸੀਜਨ ਲੈਣ ਵਾਲੇ ਸੀ, ਮੇਰਾ ਖਿਆਲ ਹੈ ਜਾਂ ਤਾਂ ਇਟ ਮੇ ਵੀ ਕਿ ਚੰਨੀ ਸਾਹਿਬ ਨਹੀਂ ਉਹਨਾਂ ਨੂੰ ਸਿਖਾ ਰਹੇ, ਜਾਂ ਕੋਈ ਗੇਮ ਇਸ ਤਰ੍ਹਾਂ ਦੀ ਅੰਦਰੂਨੀ ਉਹਨਾਂ ਨੂੰ ਲੱਗ ਗਈ ਕਿ ਜਿਹੜੇ ਉਹਨਾਂ ਨੇ ਦਿਲ ਤੇ ਇਹੋ ਜਿਹੀ ਲਾ ਲਈ ਵੀ ਮੇਰੇ ਮੁਤਾਬਕ ਕੰਮ ਨਹੀਂ ਹੋ ਰਹੇ। ਵੀ ਪਹਿਲੇ ਦਿਨ 2 ਦਿਨ ਜਦੋਂ ਤੱਕ ਅੰਮ੍ਰਿਤਸਰ ਤੱਕ ਨਾਲ ਗਏ ਆ, ਚਾਹ ਪੀਤੀ ਆ ਇਕੱਠੀ, ਔਰ ਦਰਬਾਰ ਸਾਹਿਬ ਘੁੰਮ ਕੇ ਆਏ ਆ, ਦਿੱਲੀ ਜਾ ਕੇ ਆਏ ਆ, ਪਹਿਲੇ ਦਿਨ ਚਾਰਟਰਡ ਪਲੇਨ ਲਿਆ, ਉਹ ਸਾਰੀਆਂ ਗੱਲਾਂ ਤੱਕ ਸਿੱਧੂ ਹੀ ਇਜ਼ ਵੈਰੀ ਹੈਪੀ। ਉਹ ਇੰਨਾ ਵਧੀਆ ਹਰ ਹਸਮੁਖ ਚਿਹਰਾ ਇੰਨਾ ਵਧੀਆ ਲੱਗ ਰਿਹਾ ਸੀ, ਲੈ ਵੀ ਸਾਡਾ ਹੱਥ ਫੜ ਕੇ ਨਾਲ ਦਰਬਾਰ ਸਾਹਿਬ ਹਰ ਜਗ੍ਹਾ ਤੇ। ਉਹ ਇਵੇਂ ਇੱਥੇ ਇਹ ਚੀਜ਼ਾਂ ਸਾਰੀਆਂ ਦੇਖਦੇ ਹੋਏ ਈਵਨ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਬੜੀਆਂ ਅੱਛੀਆਂ ਲੱਗ ਰਹੀਆਂ ਸੀ, ਇਹ ਬੜੇ ਚੈਨਲਾਂ ਵਾਲਿਆਂ ਨੇ ਵੀ ਲੋਕਾਂ ਨੇ ਵੀ ਇਹਦੀ ਕੰਟਰੋਵਰਸੀ ਕੀਤੀ ਕਿ ਸਿੱਧੂ ਸਾਹਿਬ ਇੰਜ ਉਹਨੂੰ ਹੱਥ ਪਕੜ ਕੇ ਲੈ ਕੇ ਜਾ ਰਹੇ ਆ, ਇੱਕ ਪ੍ਰੋਟੋਕਾਲ ਤੋੜ ਰਿਹਾ ਵੀ ਮੁੱਖ ਮੰਤਰੀ ਦਾ ਚਿਹਰਾ, ਮੁੱਖ ਮੰਤਰੀ ਦੇ ਕੁਝ ਇੱਕ ਮਾਇਨੇ ਹੁੰਦੇ ਆ ਕਿ ਉਹ ਸਟੇਟ ਦਾ ਮੁੱਖ ਮੰਤਰੀ ਹੈ, ਵੀ ਉਹ ਕਿਸ ਲੈਵਲ ਦਾ ਹੈ, ਉਹਨੂੰ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਹੈ, ਕਿਹੜਾ ਉਹਨੂੰ ਕੁਝ ਖੁੱਲਾ ਛੱਡਣਾ ਚਾਹੀਦਾ। ਇਹ ਬੜੀਆਂ ਚੀਜ਼ਾਂ ਆਪਾਂ ਸਾਰਿਆਂ ਨੇ ਦੇਖੀਆਂ ਔਰ ਆਪਣੇ ਸਰੋਤਿਆਂ ਨੇ ਵੀ ਦੇਖੀਆਂ। ਉਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਸ਼ਾਇਦ ਇਹਨਾਂ ਨੂੰ ਬੁਰੀਆਂ ਲੱਗੀਆਂ ਜਾਂ ਦਿਲ ਨੂੰ ਲੱਗ ਗਈਆਂ ਜਾਂ ਇਹ ਕਹਿ ਲਓ ਵੀ ਅੱਛੀਆਂ ਨਹੀਂ ਲੱਗੀਆਂ। ਇੱਕ ਗੱਲ ਇਹ ਵੀ ਕਹਿ ਸਕਦੇ ਆ ਵੀ ਅੱਜ ਹੀ ਸਵੇਰੇ ਇੱਕ ਕੈਬਨਿਟ ਦੀ ਮੀਟਿੰਗ ਸੀ, ਠੀਕ ਹੈ, ਉਸ ਕੈਬਨਿਟ ਦੀ ਮੀਟਿੰਗ ਤੱਕ ਜਿਵੇਂ ਕਿ ਪਰਸੋਂ ਸਹੁੰ ਚੁੱਕ ਸਮਾਗਮ ਹੋਇਆ, ਉਸ ਸਮਾਗਮ ਦੇ ਵਿੱਚ 48 ਘੰਟਿਆਂ ਬਾਅਦ ਇਹਨਾਂ ਨੇ ਅੱਜ ਸਵੇਰੇ ਸਾਰਿਆਂ ਨੂੰ ਜਿਹੜੇ ਵਿਭਾਗ ਵੰਡੇ ਉਹ ਵਿਭਾਗ ਵੰਡੇ। ਮੇ ਵੀ ਪੋਸੀਬਿਲਿਟੀ ਹੈ ਕਲੀਅਰ ਸਾਹਿਬ ਕਿ ਉਹਨਾਂ ਦੇ ਮੁਤਾਬਕ ਉਹਨਾਂ ਦੀ ਸਲਾਹ ਨਾ ਲਈ ਗਈ ਹੋਵੇ ਜਾਂ ਵਿਭਾਗ ਉਹਨਾਂ ਦੇ ਮੁਤਾਬਕ ਨਾ ਦਿੱਤੇ ਗਏ ਹੋਣ। ਪਰ ਸੁਖਜਿੰਦਰ ਰੰਧਾਵਾ ਬੜੇ ਕਰੀਬੀ ਆ, ਉਹਨਾਂ ਨੂੰ ਸਭ ਤੋਂ ਵੱਡਾ ਵਿਭਾਗ ਮਿਲਿਆ। ਹਾਂ, ਕਿਹਾ ਜਾ ਸਕਦਾ। ਦੇਖੋ ਜਿਹੜਾ ਹੋਮ ਡਿਪਾਰਟਮੈਂਟ ਹੈ ਉਹਦੀ ਬਹੁਤ ਵੱਡੀ, ਉਹ ਈਵਨ ਇੱਥੇ ਤੱਕ ਕਿ ਜਿੱਦਾਂ ਉਹ ਕਹਿੰਦੇ ਵੀ ਸੀਗੇ ਕਿ ਮੈਨੂੰ ਹੋਮ ਮਿਲ ਜੇ ਜਾਂ ਤਾਂ ਹੋਮ ਮਿਲ ਜੇ ਤਾਂ ਮੈਂ ਸੁੱਕਣੇ ਲਾਉਂ ਪਾਉਂ ਸਭ ਨੂੰ ਜੇਲ੍ਹ ਸੁੱਟੂਗਾ। ਇਹ ਬੜੇ ਉਹਨਾਂ ਨੇ ਡਾਇਲੋਗ ਮਾਰੇ ਆ ਦੇ ਉਹਨਾਂ ਦੀ ਨੇੜਤਾ ਸੀ। ਪਰ ਕੁਝ ਦਿਨਾਂ ਤੋਂ ਇੰਜ ਜਾਪ ਰਿਹਾ ਸੀ, ਜਿਹੜੇ ਖਾਸ ਲਾਸਟ 2-3 ਦਿਨਾਂ ਤੋਂ ਵੀ ਜਿਵੇਂ ਕਿ ਸਮਾਗਮ ਦੇ ਟਾਈਮ ਕਈਆਂ ਨੇ ਕਿਹਾ ਜੀ ਉਹਨੂੰ ਦਰ ਕਿਨਾਰੇ ਬਿਠਾਤਾ, ਡਿਪਟੀ ਸੀਐਮ ਵਿੱਚ ਬੈਠੇ। ਦੇਖੋ ਇਹ ਗੱਲਾਂ ਇੱਕ ਉਹ ਸੰਗਠਨ ਦੇ ਪ੍ਰਧਾਨ ਹੈ, ਦਰ ਕਿਨਾਰੇ ਵਾਲੀ ਕੋਈ ਗੱਲ ਨਹੀਂ ਹੈਗੀ। ਅੱਜ ਵੀ ਉਹਨਾਂ ਦੀ ਉਨੀ ਨੇੜਤਾ ਹੈ, ਅੱਜ ਵੀ ਸੋਨੀਆ ਗਾਂਧੀ ਉਹਨਾਂ ਦੀ ਉਸ ਇੱਕ ਵਰਡ ਦੇ ਉੱਤੇ ਖੜੇ ਆ। ਪਰ ਜੋ ਵੀ ਮੇਰੇ ਹਿਸਾਬ ਨਾਲ ਜੋ ਕੀਤਾ ਇਹ ਬੜੀ ਜਲਦਬਾਜ਼ੀ ਉਹਨਾਂ ਨੇ ਕੀਤੀ ਹੈ ਜਾਂ ਜਲਦਬਾਜ਼ੀ ਦਿਖਾਈ ਗਈ ਹੈ। ਠੀਕ ਹੈ। ਔਰ ਇਹਨੂੰ ਬੜਾ ਇਹ ਐਡਾ ਵੱਡਾ ਚਿਹਰਾ ਔਰ ਐਡਾ ਵੱਡਾ ਮਤਲਬ ਗੱਦੀ ਸੀਟ ਸੰਭਾਲੀਏ, ਇਹਨੂੰ ਥੋੜਾ ਸਬਰ ਚਾਹੀਦਾ ਸੀ ਬਹੁਤ ਜ਼ਿਆਦਾ। ਲੰਮੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸਨ ਕਿ ਇਹ ਇੱਕ ਜਗ੍ਹਾ ਟਿਕ ਨਹੀਂ ਸਕਦੇ। ਤਾਂ ਦੂਸਰੇ ਪਾਸੇ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਦੇ ਮੁੱਖ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕੀਤਾ ਸੀ ਕਿ ਹੁਣ ਕਾਂਗਰਸ ਵਿੱਚ ਸਭ ਕੁਝ ਠੀਕ ਹੋ ਗਿਆ, ਅਸੀਂ ਜਲਦੀ ਜਿੱਤਾਂਗੇ। ਕੀ ਕਿਸੇ ਨਾਲ ਵੀ ਕਰੀਬੀ ਨਹੀਂ ਨਿਭਾਈ ਉਹਨਾਂ ਨੇ, ਕਿਉਂਕਿ ਇਕੱਲਿਆਂ ਡਿਸੀਜਨ ਲੈ ਲਿਆ ਇਸ ਤਰ੍ਹਾਂ ਦਾ? ਦੇਖੋ ਇਹੀ ਤਾਂ ਗੱਲ ਬੜੀ ਹਜੇ ਤੱਕ
ਬੜੇ ਬੰਦਿਆਂ ਨੇ ਈਵਨ ਇੱਥੇ ਤੱਕ ਕਿ 10-15 ਮਿੰਟ ਪਹਿਲਾਂ ਹੁਣੇ ਜੀ ਇੱਕ ਪ੍ਰੈਸ ਕਾਨਫਰੰਸ ਚੰਨੀ ਸਾਹਿਬ ਨੂੰ ਵੀ ਕੁਐਸਚਨ ਪੁੱਛੇ ਗਏ ਜੀ। ਬੜੇ ਪ੍ਰੈਸ ਦੇ ਸਾਡੇ ਭਰਾਵਾਂ ਨੇ ਉੱਥੇ ਗੱਲਾਂ ਬਾਤਾਂ ਪੁੱਛੀਆਂ ਵੀ ਤੁਹਾਨੂੰ ਵੀ ਨਹੀਂ ਉਹਨਾਂ ਨੇ ਦੱਸਿਆ। ਉਹ ਕਹਿੰਦੇ ਮੇਰੇ ਨਾਲ ਤਾਂ ਕੋਈ ਲੜਾਈ ਨਹੀਂ, ਕੋਈ ਗੱਲ ਨਹੀਂ, ਜਦੋਂ ਤੱਕ ਮੈਂ ਗੱਲ ਹੀ ਨਹੀਂ ਕੀਤੀ ਹੈ ਜੇ ਟੈਲੀਫੋਨ ਤੇ ਕਦੀ ਮੈਨੂੰ ਤਾਂ ਹਜੇ ਵੀ ਕੁਝ ਨਹੀਂ ਲੱਗਦਾ ਵੀ ਇਹ ਜਾਪਦਾ ਹੀ ਨਹੀਂਗਾ ਵੀ ਉਹ ਅਸਤੀਫਾ ਦੇ ਦੇਣਗੇ। ਵੀ ਜਿਵੇਂ ਵੀ ਹੁਣ ਤੁਹਾਡੇ ਵਰਗੇ ਕੋਲੋਂ ਜਾਂ ਇੱਧਰ ਉੱਧਰੋਂ ਇਹ ਸੁਣੀਆਂ ਹੀ ਹੈ। ਅੱਛਾ, ਮਤਲਬ ਅੰਦਰੂਨੀ ਰੋਡ ਤੇ ਇੰਜ ਜਾਪਦਾ ਜਿਵੇਂ ਉਹਨਾਂ ਨੂੰ ਵੀ ਨਹੀਂ ਪਤਾ। ਦੇਖੋ ਅਗਰ ਉਹ ਸੀਐਮ ਪੰਜਾਬ ਨੂੰ ਵੀ ਨਹੀਂ ਪਤਾ ਔਰ ਉਹਨਾਂ ਨੇ ਸਿੱਧਾ ਸੋਨੀਆ ਗਾਂਧੀ ਨੂੰ ਲੈਟਰ ਲਿਖ ਕੇ ਆਪਣਾ ਸੀਐਮ ਵੱਡੇ ਹਾਈ ਕਮਾਂਡ ਨੂੰ ਪਾਤਾ ਕਿ ਭਾਈ ਜਿਹੜਾ ਹੈਗਾ ਮੈਂ ਇਸ ਚੀਜ਼ ਤੋਂ ਪੰਜਾਬ ਦੇ ਜਿਹੜੇ ਹੈਗੇ ਆ ਕੰਮ ਉਹਨਾਂ ਤੋਂ ਮੈਂ ਨਾ ਖੁਸ਼ ਹਾਂ। ਉਹਨਾਂ ਨੇ ਜਿਵੇਂ ਲੈਟਰ 'ਚ ਲਿਖਿਆ ਕਿ ਪੰਜਾਬ ਦੇ ਮੁੱਦਿਆਂ ਤੇ ਮੈਂ ਮਤਲਬ ਖਿਲਵਾੜ ਨਹੀਂ ਕਰ ਸਕਦਾ। ਬਿਲਕੁਲ। ਕਿਹੜੇ ਹਜੇ ਮੁੱਦੇ ਆ? ਕੀ ਉਹਨਾਂ ਨੂੰ ਲੱਗ ਗਿਆ ਸੀ ਕਿ ਹੁਣ ਬੇਅਦਬੀ ਮਾਮਲੇ ਤੇ ਹਜੇ ਵੀ ਕਾਂਗਰਸ ਹਾਈ ਕਮਾਨ ਵੱਲੋਂ ਕੋਈ ਵੱਡਾ ਐਕਸ਼ਨ ਨਹੀਂ ਲਿਆ ਜਾ ਰਿਹਾ, ਕਿਉਂਕਿ ਹੋਰ ਵੀ ਚੀਜ਼ ਹੋ ਸਕਦੀ ਹੈ? ਦੇਖੋ ਇਹ ਬੜੀ ਗਹਿਰਾਈ ਵਾਲੀ ਗੱਲ ਹੈ। ਉਹਦਾ ਕਾਰਨ ਹੈ ਮੇਰੇ ਖਿਆਲ ਨਾਲ ਸਿੱਧੂ ਸਾਹਿਬ ਤੋਂ ਜ਼ਿਆਦਾ ਕੋਈ ਬੰਦਾ ਹੋਰ ਨਹੀਂ ਦੱਸ ਸਕਦਾ। ਕਿਆਸਾਂ ਬੜੀਆਂ ਲਾ ਸਕਦੇ ਆ, ਅਸੀਂ ਵੀ ਕਹਿ ਸਕਦੇ ਆ ਕਿਸੇ ਇਹ ਵੀ ਹੋ ਸਕਦਾ ਕਿ ਕੇਜਰੀਵਾਲ ਸਾਹਿਬ ਆ ਰਹੇ ਆ, ਜਿੱਦਾਂ ਤੁਸੀਂ ਹੁਣੀ ਗੱਲ ਕੀਤੀ ਹੈ ਪਿੱਛੇ ਪ੍ਰੋਗਰਾਮ ਕੈਂਸਲ ਹੋਇਆ, ਕੁਝ ਉਹਨਾਂ ਨੂੰ ਗੱਲਾਂ ਚੰਗੀਆਂ ਨਹੀਂ ਲੱਗੀਆਂ ਜੋ ਕੁਛ ਇਹ ਹੈ ਉਹਨਾਂ ਨੇ ਸੋਚਿਆ ਹੋ ਜੀ ਮੇਰੀ ਗੱਲ ਨਹੀਂ ਹੋਈ ਸਿੱਧੂ ਸਾਹਿਬ ਨਾਲ ਤੇ ਹੁਣ ਕੀ ਪਤਾ ਉਹਨਾਂ ਦੀ ਉਹਨਾਂ ਨਾਲ ਗੱਲ ਹੋ ਗਈ ਵੀ ਚਿਹਰਾ ਆ ਰਿਹਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਚਿਹਰਾ ਬਣ ਕੇ ਮੁੱਖ ਮੰਤਰੀ ਆ ਰਹੇ। ਕੁਝ ਵੀ ਕਿਹਾ ਜਾ ਨਹੀਂ ਸਕਦਾ ਇਸ ਗੱਲ। ਦੇਖੋ ਬੜੀਆਂ ਕਿਆਸਾਂ ਲਾ ਸਕਦੇ ਆ ਆਪਾਂ, ਲੇਕਿਨ ਅਸਲ ਗੱਲ ਜਿਹੜੀ ਹੈਗੀ ਹੈ ਇਹ ਸਿੱਧੂ ਸਾਹਿਬ ਖੁਦ ਹੀ ਦੱਸ ਸਕਦੇ ਆ ਵੀ ਕਿਹੜੀ ਚੀਜ਼ ਉਹਨਾਂ ਨੂੰ ਹਰਟ ਕਰ ਗਈ ਜਾਂ ਕਿਹੜੀ ਚੀਜ਼ ਉਹਨਾਂ ਨੂੰ, ਜਿਹੜੀ ਤੁਸੀਂ ਕਹਿ ਰਹੇ ਹੋ ਵੀ ਆਪਾਂ ਕੰਮ ਦੇ ਜਾਂ ਲੋਕਾਂ ਨਾਲ ਜਾਂ ਪਬਲਿਕ ਨਾਲ ਆਹ ਕੰਮ। ਦੇਖੋ ਹੁਣ ਇੱਕ ਗੱਲ ਸਮਝਣ ਵਾਲੀ ਗੱਲ ਹੈ ਵੀ ਤੁਹਾਡੇ ਮੁਤਾਬਕ ਜਿਸ ਦਿਨ ਪੰਜਾਬ ਸੀਐਮ ਚੁਆਇਸ ਹੋਣਾ ਸੀ ਲਾਸਟ ਮੂਮੈਂਟ ਤੱਕ ਵੀ ਸਭ ਸਰੋਤਿਆਂ ਨੂੰ ਪਤਾ ਹੈ 5 ਵਜੇ ਕੀ ਅਨਾਉਂਸਿਆ ਜਾ ਰਿਹਾ ਸੀ ਔਰ 6 ਵਜੇ ਤੱਕ 6:15 ਵਜੇ ਤੱਕ ਚੰਨੀ ਸਾਹਿਬ ਨੂੰ ਅਨਾਉਂਸਮੈਂਟ ਕਰਤੀ। ਠੀਕ ਹੈ, ਪਹਿਲਾਂ ਜਾਖੜ ਸਾਹਿਬ ਤੇ ਕਿਆ ਲਾਇਆ, ਫਿਰ ਅੱਗੋਂ ਰੰਧਾਵਾ ਸਾਹਿਬ ਦਾ ਨੰਬਰ ਲੱਗਿਆ, ਈਵਨ ਅੰਬਿਕਾ ਸੋਨੀ ਜੀ ਦਾ ਨਾਮ ਵੀ ਆਇਆ। ਉਹ ਸਾਰੀਆਂ ਗੱਲਾਂ ਨੂੰ, ਉਹ ਸਾਰਾ ਚੀਜ਼ ਜੋ 2 ਦਿਨ ਤੇ ਇਹ ਸਾਰੀਆਂ ਮੀਟਿੰਗਾਂ ਹੋਈਆਂ ਉਹਦੇ ਬਾਵਜੂਦ ਐਂਡ ਤੇ ਜਿਹੜਾ ਸਿਹਰਾ ਜਿਹੜਾ ਹੈਗਾ ਚੰਨੀ ਸਾਹਿਬ ਉਹ ਵੀ ਇਹਨਾਂ ਦੇ ਹੀ ਰਿਕਮੈਂਡ ਵੀ ਇਹਨਾਂ ਨੇ ਕੀਤਾ। ਠੀਕ ਹੈ, ਹੁਣ ਬਾਅਦ ਚੋਂ ਕਿਹਾ ਗਿਆ ਜੀ ਉਹ ਮਨਪ੍ਰੀਤ ਬਾਦਲ ਸਾਹਿਬ ਨੇ ਵੀ ਰਿਕਮੈਂਡ ਕੀਤਾ ਸੀ, ਉਹਨਾਂ ਨੂੰ ਵੀ ਸਲਾਹ ਲਈ ਗਈ ਸੀ। ਹੁਣ ਦੇਖਿਆ ਅੰਦਰੋਂ ਫਿਰ ਕਿਸੇ ਟਾਈਮ ਇਹ ਵੀ ਗੱਲ ਤੁਸੀਂ ਦੇਖੀ ਹੋਏਗੀ ਸੁਣੀ ਹੋਈ, ਈਵਨ ਆਪਾਂ ਪ੍ਰੋਗਰਾਮਾਂ 'ਚ ਵੀ ਕਈ ਵਾਰੀ ਕਹੀ ਹੈ, ਉਹਨਾਂ ਨੇ ਆਪਣੇ ਆਪ ਨੂੰ ਵੀ ਰਿਪਰੈਜ਼ੈਂਟ ਕੀਤਾ ਸੀ ਕਿ ਮੈਂ ਮੁੱਖ ਮੰਤਰੀ ਬਣਨ ਨੂੰ ਵੀ ਤਿਆਰ ਆ। ਹੁਣ ਕੀ ਪਤਾ ਵੀ ਉਹਨਾਂ ਦੀ ਗੱਲ ਨੂੰ ਇਹ ਸੋਚ ਕੇ ਲੱਗਿਆ ਵੀ ਮੈਂ ਸੋਚਿਆ ਸੀ ਚਲੋ ਠੀਕ ਹੈ ਵੀ ਰੰਧਾਵਾ ਸਾਹਿਬ ਸ਼ਾਇਦ ਮੇਰੀ ਗੱਲ ਮੰਨਣਗੇ ਨਾ ਮੰਨਣ, ਜੇ ਉਹ ਚਿਹਰਾ ਬਣ ਗਏ ਤੇ ਚੰਨੀ ਸਾਹਿਬ ਤਾਂ ਆਪਣੇ ਹੀ ਬੰਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਆਪਣੇ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਸਲਾਹਕਾਰ ਮਾੜੇ ਆ, ਦੂਸਰੇ ਪਾਸੇ ਉਹਨਾਂ ਨੂੰ ਇੰਨਾ ਮਤਲਬ ਐਕਸਪੀਰੀਅੰਸ ਹੈ ਨਹੀਂਗਾ। ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਵੀ ਸਿਰ ਤੇ ਖੜੀਆਂ ਨੇ। ਬਿਲਕੁਲ, ਨਰਿੰਦਰ ਮੋਦੀ ਦਾ ਜਿਹੜਾ ਇੱਕ ਕੱਦ ਬਣ ਗਿਆ ਬਹੁਤ ਵੱਡਾ ਬਣ ਗਿਆ। ਕਾਂਗਰਸ ਇਹ ਛੋਟੇ ਡਿਸੀਜਨ ਕਰਕੇ ਆਉਣ ਵਾਲੇ ਦੋਨੇ ਚੋਣਾਂ ਦੇ ਵਿੱਚ ਬਹੁਤ ਵੱਡਾ ਢਾਲ ਲੱਗ ਸਕਦੀ ਹੈ। ਦੇਖੋ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਕਾਂਗਰਸ ਨੂੰ ਆਪਣਾ ਸਾਰਾ ਪਿਛੋਕੜ ਦੇਖ ਕੇ ਦੇਖੋ ਗੱਲ ਇਹ ਕਲੀਅਰ ਸਾਹਿਬ। ਹੁਣ ਆਪਾਂ ਨੂੰ ਵੀ ਪਤਾ ਹੈ ਪੰਜਾਬ 'ਚ ਛੱਤੀਸਗੜ੍ਹ 'ਚ 2-3 ਸਟੇਟਾਂ 'ਚ ਤਾਂ ਕਾਂਗਰਸ ਰਹਿ ਗਈ ਜੀ, ਜੋ ਕਿ ਸਾਰਿਆਂ ਨੂੰ ਪਤਾ ਹੈ। ਔਰ ਕਾਂਗਰਸ ਦੇ ਟੋਟਲ ਜੇ ਆਪਾਂ ਅਗਰ ਮੈਂਬਰ ਆਫ ਪਾਰਲੀਮੈਂਟ ਦੇਖੀ ਤੇ 40-41 ਦੇ ਕਰੀਬ ਹੈ। ਠੀਕ ਹੈ, ਕਿੱਥੇ 300-400 ਦੀ ਲਾਈਨ 'ਚ, ਕਿੱਥੇ ਇੱਕ ਇੰਡੀਵਿਜੂਅਲੀ ਸਰਕਾਰ ਵੀ ਬਣਾਈ ਗਾਂਧੀ ਸਾਹਿਬ ਦੇ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੋਂ ਪਹਿਲਾਂ ਆਪਾਂ ਜਿਹੜੀ 10 ਸਾਲ ਦੀ ਕਾਂਗਰਸ ਦੀ ਸਰਕਾਰ ਵੀ ਚੱਲੀ। ਔਰ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਜੋ ਕਾਂਗਰਸ ਦੇ ਵਿੱਚ ਬਹੁਤ ਕੁਝ ਇਹੋ ਜਿਹੀ ਚੀਜ਼ਾਂ ਵਾਪਰ ਗਈਆਂ ਜਿਹੜੀਆਂ ਕਦੀ ਸੋਚੀਆਂ ਨਹੀਂ ਸੀ। ਕੁਝ ਇਹੋ ਜਿਹੇ ਚਿਹਰੇ ਜਿਨ੍ਹਾਂ ਦੀ ਡੈਥ ਹੋ ਗਈ, ਕੁਝ ਪਲਟੀ ਮਾਰ ਗਏ, ਸਿੰਧੀਆ ਵਰਗੇ ਵੀ ਜਿਹੜੇ ਬਹੁਤ ਕਲੋਜ਼ ਕਰੀਬੀ ਸੀ, ਔਰ ਅਹਿਮਦ ਪਟੇਲ ਵਰਗੇ ਰੱਬ ਨੂੰ ਪਿਆਰੇ ਹੋ ਗਏ। ਅਸਲ ਜਿਹੜੀ ਹੈ ਅੰਦਰੂਨੀ ਚੋਟ ਕਾਂਗਰਸ ਨੂੰ ਬਹੁਤ ਜ਼ਿਆਦਾ ਲੱਗ ਚੁੱਕੀ ਹੈ। ਔਰ ਜਿਵੇਂ ਕਿਹਾ ਜਾ ਸਕਦਾ ਪਿਛਲੀ ਦਿਨੀ ਜਦੋਂ ਕਿ ਸੋਨੀਆ ਗਾਂਧੀ ਨੂੰ ਦੁਆਰਾ ਹਾਈ ਕਮਾਂਡ ਦਾ ਦੁਆਰਾ ਨਵਾਜਿਆ ਸੀਗਾ ਚੇਅਰਪਰਸਨ ਦਾ, ਉਸ ਦੌਰਾਨ ਵੀ ਬੜੇ ਕਿਆਸ ਲੱਗੇ ਸੀ। ਕੈਬਨਿਟ ਦੀਆਂ ਮੀਟਿੰਗਾਂ ਬੈਠੀਆਂ ਸੀ, ਆਪਣੀ ਕਾਂਗਰਸ ਦੀਆਂ ਸਾਰੀਆਂ ਹਾਈ ਕਮਾਂਡ ਦੀ ਮੀਟਿੰਗਾਂ ਬੈਠੀਆਂ, ਪੂਰੇ ਜਿਹੜੇ ਦਿਲ ਦੇ ਨੇਤਾ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਗਿਆ। ਉਹਦੇ ਵਿੱਚ ਬੜੀਆਂ ਚੀਜ਼ਾਂ ਈਵਨ ਇੱਥੇ ਤੱਕ ਕਿ ਗੁਲਾਬ ਅਮੀ ਨਵਾਬ ਦੇ ਵਿੱਚ ਵੀ ਉਹ ਅਲੱਗ ਹੋ ਗਏ ਸੀਗੇ ਵੀ ਲੋ ਜੀ ਉਹਨਾਂ ਨੇ ਵੀ ਸਟੇਟਮੈਂਟ ਦਿੱਤੀ ਸੀ ਵੀ ਗਾਂਧੀ ਪਰਿਵਾਰ ਤੋਂ ਅਲੱਗ ਚਿਹਰਾ ਹੋਣਾ ਚਾਹੀਦਾ ਪ੍ਰਧਾਨ ਜੀ, ਵੀ ਜਿਹੜਾ ਪਹਿਲਾਂ ਕਿਆਸਾਂ ਲਗਾਈਆਂ ਜਾ ਰਹੀਆਂ ਸੀ। ਇਹ ਸਾਰੀਆਂ ਚੀਜ਼ਾਂ ਨੂੰ ਅਗਰ ਦੇਖਿਆ ਜਾਵੇ, ਅਗਰ ਅੱਜ ਕਾਂਗਰਸ ਅਗਰ ਦੇਖਿਆ ਜਾਵੇ ਬਹੁਤ ਜ਼ਿਆਦਾ ਜੇ ਆਪਾਂ ਕਹੀਏ ਪਾਵਰਫੁਲ ਹੈਗੀ ਹੈ। ਔਰ ਅੱਜ ਉਹ ਪੋਜੀਸ਼ਨ ਵੀ ਆਪਣੀ ਦੇਖਦੇ ਹੋਏ ਵੀ ਤਾਂ ਵੀ ਇਹੋ ਜਿਹੇ ਰੰਗ ਚੱਲ ਰਹੇ ਆ। ਔਰ ਇਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਹੁਣ ਚੋਣਾਂ ਨੇ ਉਸ ਚੋਣਾਂ ਦੇ ਮੁਤਾਬਕ ਬੜੀ ਸੂਝ-ਬੂਝ ਨਾਲ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਇਹ ਸਾਰੇ ਸਟੈਪ ਚੱਕਣੇ ਚਾਹੀਦੇ ਆ। ਸੂਬੇ ਦਾ ਇੱਕ ਸੀਐਮ ਹੁੰਦਾ,
ਇੱਕ ਕਾਂਗਰਸ ਕਮੇਟੀ ਹੁੰਦੀ ਆ, ਇੱਕ ਸੰਗਠਨ ਹੁੰਦਾ ਵਾ। ਜੇਕਰ ਕੈਪਟਨ ਅਮਰਿੰਦਰ ਸਿੰਘ ਵਧੀਆ ਕੰਮ ਨਹੀਂ ਕਰ ਰਹੇ ਸਨ ਤਾਂ ਉਹਨਾਂ ਨੂੰ ਹਟਾ ਦਿੱਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਮੰਨ ਲਈ ਗਈ। ਹੁਣ ਜਿਹੜਾ ਕਾਂਗਰਸ ਦਾ ਸੰਗਠਨ ਆ ਉਹ ਕੀ ਸੋਚ ਰਿਹਾ ਹੋਵੇਗਾ? ਦੇਖੋ ਇਹੀ ਗੱਲ ਹੈ ਨਾ ਜੀ, ਦੇਖੋ ਅੱਜ ਕੁਝ ਦਿਨਾਂ ਤੋਂ ਆਪਾਂ ਪਹਿਲਾਂ ਲਾ ਰਹੇ ਸੀ, ਈਵਨ ਇੱਥੇ ਤੱਕ ਕਿ ਜਦੋਂ ਸਿੱਧੂ ਸਾਹਿਬ ਬਣੇ ਪ੍ਰਧਾਨ, ਉਹ ਪ੍ਰਧਾਨ ਬਣਨ ਦੇ ਨਾਲ ਨਾਲ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਸੀਗੇ, ਚੰਨੀ ਸਾਹਿਬ ਅਜੇ ਨਹੀਂ ਸੀ। ਉਦੋਂ ਸਿਰਫ ਇਹੀ ਦੇਖਿਆ ਜਾ ਰਿਹਾ ਸੀਗਾ ਕਿ 22 ਦੀਆਂ ਇਲੈਕਸ਼ਨਾਂ ਦੇ ਵਿੱਚ ਸਿੱਧੂ ਸਾਹਿਬ ਚਿਹਰਾ ਹੋਣਗੇ, ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ। ਠੀਕ ਹੈ। ਜਦੋਂ ਤਖਤਾ ਪਲਟਿਆ ਗਿਆ ਤਾਂ ਉਹਦੇ ਵਿੱਚ ਵੀ ਦੋ ਟਵਿਸਟ ਹੋ ਗਏ, ਲੈ ਵੀ ਹੁਣ ਚੰਨੀ ਦੇ ਮੁੱਖ ਚਿਹਰੇ ਤੋਂ ਜਾਂ ਨਵਜੋਤ ਸਿੰਘ ਸਿੱਧੂ ਦੇ, ਇਹ ਵੀ ਗੱਲ ਵੀ ਵਿੱਚ ਆਈ ਸੀ। ਵਿਰੋਧੀ ਸਵਾਲ ਚੁੱਕਣ ਲੱਗ ਗਏ। ਉਹਦੇ ਵਿੱਚ ਇਹਨਾਂ ਨੇ ਜਿਵੇਂ ਮੰਨ ਲਓ ਇੱਕ ਅਨੁਸੂਚਿਤ ਜਾਤੀ ਤੋਂ ਇੱਕ ਆਪਣੇ ਗਰੀਬ ਤਬਕੇ ਤੋਂ ਮੁੱਖ ਮੰਤਰੀ ਬਣਾਇਆ, ਉਸ ਚੀਜ਼ ਨੂੰ ਇਹਨਾਂ ਨੂੰ ਇਹ ਲੱਗਿਆ ਕਿ ਇਹ ਅੱਗੇ ਆਉਣ ਵਾਲੇ ਟਾਈਮ ਦੇ ਉੱਤੇ ਜਿਵੇਂ ਕਿ ਦੂਜੀਆਂ ਵਿਰੋਧੀ ਪਾਰਟੀਆਂ ਨੇ, ਕਿਸੇ ਨੇ ਕਿਹਾ ਮੈਂ ਡਿਪਟੀ ਸੀਐਮ ਲਾਉਂਗਾ ਅਨੁਸੂਚਿਤ ਜਾਤੀਆਂ ਤੋਂ, ਦਲਿਤ ਚਿਹਰਿਆਂ ਤੋਂ, ਹੈ ਤੇ ਅੱਗੋਂ ਈਵਨ ਇੱਥੇ ਤੱਕ ਕਿ ਬੀਜੇਪੀ ਨੇ ਵੀ ਕਹਿ ਦਿੱਤਾ, ਠੀਕ ਹੈ ਨਾ। ਤੋਂ ਇਹਨਾਂ ਨੇ ਬਹੁਤ ਵੱਡਾ ਪੱਤਾ ਖੇਲਿਆ ਕਿ ਨਹੀਂ ਵੀ ਭਾਈ ਅਸੀਂ ਤਾਂ, ਤੁਸੀਂ ਤਾਂ ਲਾਓਗੇ, ਅਸੀਂ ਲਾ ਹੀ ਦਿੰਨੇ ਆ। ਠੀਕ ਹੈ। ਤੋਂ ਇਹ ਜਿਹੜੀ ਬੜੀ ਵੱਡੀ ਉਹਨਾਂ ਨੇ ਖੇਲ ਖੇਲਿਆ ਸੀਗਾ। ਪਰ ਹੁਣ ਅੱਜ ਦੇ ਦਿਨਾਂ 'ਚ ਜੋ ਐਟ ਪ੍ਰੈਜ਼ੈਂਟ ਟਾਈਮ ਦਾ ਹੁਣ ਜੇ ਸਿਨੈਰੀਓ ਦੇਖੀਏ, ਯਾਨੀ ਘੰਟੇ 2 ਘੰਟਿਆਂ ਦੀ ਗੱਲਾਂ ਆਪਾਂ ਕਰੀਏ ਤੇ ਆਉਣ ਵਾਲਾ ਕੱਲ ਕੀ ਕਹੂਗਾ, ਹਜੇ ਕੁਝ ਨਹੀਂ ਕਿਹਾ ਜਾ ਸਕਦਾ। ਜਿਵੇਂ ਆਪਾਂ ਕਹਿੰਦੇ ਸਿਆਸਤ ਦੇ ਵਿੱਚ ਹਰ ਚੀਜ਼ ਜਾਇਜ਼ ਹੈ। ਠੀਕ ਹੈ। ਹੁਣ ਦਾ ਜਿਹੜਾ ਵਕਤ ਹੈ ਇਸ ਟਾਈਮ, ਜੋ ਦੇਖਣ ਵਾਲੇ ਸੰਗਠਨ ਦੇ ਬੰਦੇ ਆ ਉਹ ਆਪਣੇ ਆਪ ਨੂੰ ਐਦਾਂ ਲੱਗਣਗੇ ਕਿ ਲੈ ਵੀ ਸਾਡੇ ਨਾਲ ਠੱਗੀ ਵੱਜ ਗਈ, ਵੀ ਸਾਡੇ ਨਾਲ ਹੋਇਆ ਕੀ, ਅਸੀਂ ਤਾਂ ਚਿਹਰਾ ਉਹ ਲੈ ਕੇ ਆਏ ਸੀ ਵੀ ਆਉਣ ਵਾਲੀਆਂ ਜਿਹੜੀਆਂ 22 ਦੀਆਂ ਇਲੈਕਸ਼ਨਾਂ ਹੈ ਸਮਝ ਲਓ ਆਉਣ ਤੋਂ ਪਹਿਲਾਂ ਹੀ ਜਿੱਤ ਲੀਆਂ, ਤੇ ਹੁਣ ਉਹ ਆਪਣੇ ਆਪ ਨੂੰ ਬੜਾ ਕਮਜ਼ੋਰ ਫੀਲ ਕਰ ਰਹੇ ਹੋਣੇ ਆ। ਇੱਕ ਪ੍ਰਧਾਨ ਹੁੰਦਾ ਵਾ ਜਾਂ ਕੋਈ ਵੱਡਾ ਚਿਹਰਾ ਹੁੰਦਾ, ਆਪਣੇ ਨਾਲ ਟੀਮ ਲੈ ਕੇ ਚੱਲਦਾ ਵਾ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਨਾਲ ਇੱਕ ਟੀਮ ਮੰਨੀ ਜਾਂਦੀ ਸੀ, ਪਰ ਜਿਵੇਂ ਹੀ ਚਰਨਜੀਤ ਸਿੰਘ ਦਾ ਨਾਮ ਅਨਾਉਂਸ ਕੀਤਾ, ਸਾਰੀ ਟੀਮ ਹੌਲੀ ਹੌਲੀ ਪਿੱਛੇ ਹੋ ਗਈ ਆ। ਇੱਥੋਂ ਤੱਕ ਕਿ ਐਮਪੀ ਸੰਸਦ ਸੀਗੇ ਆਪਣੇ ਰਮਣੀਤ ਬਿੱਟੂ, ਉਹਨਾਂ ਦੇ ਵੀ ਬਿਆਨ ਬਦਲ ਗਏ ਆ, ਬ੍ਰਹਮਿੰਦਰਾ ਨੂੰ ਸਿੱਧਾ ਉਹਦਾ ਵੱਡਾ ਮਿਲ ਗਿਆ। ਨਵਜੋਤ ਸਿੰਘ ਸਿੱਧੂ ਦੀ ਵੀ ਟੀਮ ਹੋਣੀ ਆ ਕੋਈ ਨਾ ਕੋਈ। ਕੀ ਮੰਨ ਸਕਦੇ ਹੋ ਕਿ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਹੁਣ ਕੱਲ ਅਰਵਿੰਦ ਕੇਜਰੀਵਾਲ ਆ ਰਹੇ ਆ, ਕੋਈ ਵੱਡਾ ਉਲਟਫੇਰ ਹੋ ਸਕਦਾ ਹੈ? ਦੇਖੋ ਜੀ ਗੱਲ ਇਹ ਹੈ, ਜਦੋਂ ਤੱਕ ਸਿੱਧੂ ਸਾਹਿਬ ਦਾ ਆਪਣਾ ਪਰਸਨਲੀ ਕੋਈ ਸਟੇਟਮੈਂਟ ਟਵੀਟ ਨਹੀਂ ਆਉਂਦਾ ਜਾਂ ਉਹ ਕੋਈ ਆਪਣੇ, ਦੇਖੋ ਅੱਜ ਜਿਹੜਾ ਨਾ, ਜਿਵੇਂ ਕਿ ਕੇਜਰੀਵਾਲ ਸਾਹਿਬ ਨੂੰ ਪਤਾ ਹੈ ਅੰਦਰੋਂ ਅੰਦਰੀ ਅਗਰ ਕੋਈ ਗੱਲਬਾਤ ਕੋਈ ਹੋਈ ਹੋਏ ਜਾਂ ਚੱਲੀ ਹੋਵੇ, ਉਹ ਫੇਰ ਬਦਲ ਤਾਂ ਉਹੀ ਆਊਗਾ, ਲਾ ਵੀ ਸਿੱਧੂ ਸਾਹਿਬ ਆਮ ਆਦਮੀ ਪਾਰਟੀ ਚਲੇ ਗਏ। ਔਰ ਹੁਣ ਫਿਲਹਾਲ ਤੱਕ ਤਾਂ ਹਜੇ ਕੁਝ ਕਿਹਾ ਹੀ ਨਹੀਂ ਜਾ ਸਕਦਾ, ਕਿਆਸਾ ਹੀ ਲਗਾ ਸਕਦੇ ਆ, ਜੋ ਲੋਕਾਂ ਦੀਆਂ ਗੱਲਾਂ ਅਸਿਊਮਿੰਗ ਕਰ ਸਕਦੇ ਆ। ਲੇਕਿਨ ਪਰਸਨਲੀ ਲੈਵਲ ਦੇ ਉੱਤੇ ਇਹ ਗੱਲ ਜਾਂ ਸਿੱਧੂ ਸਾਹਿਬ ਦੱਸ ਸਕਦੇ ਆ ਜਾਂ ਕੇਜਰੀਵਾਲ ਸਾਹਿਬ ਦੱਸ ਸਕਦੇ। ਮੰਨ ਕੇ ਚੱਲੋ ਜੇ ਨਵਜੋਤ ਸਿੰਘ ਸਿੱਧੂ ਸੀਐਮ ਕੈਂਡੀਡੇਟ ਅਨਾਉਂਸ ਹੋ ਜਾਂਦੇ ਆਮ ਆਦਮੀ ਪਾਰਟੀ ਦੇ, ਕੀ ਲੋਕਾਂ ਦਾ ਵਿਸ਼ਵਾਸ ਉਵੇਂ ਬਣਿਆ ਰਹੂਗਾ? ਨਹੀਂ, ਦੇਖੋ ਗੱਲ ਇਹ ਹੈ ਕਲੇਰ ਸਾਹਿਬ, ਇਹ ਬੜਾ ਔਖਾ ਹੈ। ਇੱਕ ਆਦਮੀ 4-5 ਸਾਲ ਪਹਿਲਾਂ 2017 ਦੀ ਇਲੈਕਸ਼ਨਾਂ ਤੋਂ ਥੋੜੀ ਦੇਰ ਪਹਿਲਾਂ ਕਾਂਗਰਸ ਵਿੱਚ ਆਉਂਦਾ ਹੈ, ਬੀਜੇਪੀ 'ਚ 10 ਸਾਲ ਰਹਿੰਦਾ, ਉਸ ਬੀਜੇਪੀ ਤੋਂ ਬਾਅਦ ਕਾਂਗਰਸ 'ਚ ਆ ਕੇ ਆਪਣੀ ਪੋਜੀਸ਼ਨ ਬਣਾਉਂਦਾ ਹੈ। ਉਹ ਕਾਂਗਰਸ ਦੀ ਪੋਜੀਸ਼ਨ ਜੋ ਉਹਨੇ ਬਣਾਈ ਹੈ ਸਾਰਿਆਂ ਦੇ ਸਾਹਮਣੇ ਪਤਾ ਹੈ। ਔਰ ਹੁਣ ਮਸਾਂ ਇਹ ਕਹਿ ਸਕਦੇ ਸੀ ਐਡਾ ਵੱਡਾ ਉਹਨੂੰ ਉਹਦਾ ਮਿਲਿਆ ਸੀ, ਤੇ ਹੁਣ ਅੱਜ ਉਹ ਜਾ ਕੇ ਅਗਰ ਕਹੀਏ ਆਮ ਆਦਮੀ ਪਾਰਟੀ ਚੱਲ ਜਾਂਦਾ ਹੈ, ਲੋਕਾਂ ਦਾ ਵਿਸ਼ਵਾਸ ਜਿਤਨਾ ਕਿ ਖਲਾ ਹੀ ਦਾ ਵੜਾ ਪਿਆ ਵੀ ਜਿਹੜਾ ਮਰਜ਼ੀ ਆ ਜਾਵੇ ਇੱਧਰਲੀ ਪਾਰਟੀ, ਇਹ ਮਤਲਬ ਪਲਾਟੀਆਂ ਮਾਰੀ ਜਾਵੇ ਬੰਦਾ, ਕਦੀ ਉਸ ਪਾਰਟੀ ਕਦੀ ਉਸ ਡਾਲ ਤੇ, ਕਦੀ ਕੁਰਸੀ ਦੀ ਭੁੱਖ ਹੋ ਗਈ ਕਿਸਮ ਦੀ। ਫਿਰ ਤਾਂ ਉਹ ਬਹੁਤ ਇਹ ਜਿਹੜੀਆਂ ਚੀਜ਼ਾਂ ਹਜੇ ਬਹੁਤ ਕੁਝ ਦੇਖਣ ਨੂੰ ਮਿਲੂਗਾ ਤੁਹਾਨੂੰ। ਤੁਸੀਂ ਦੇਖੋ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਕਿਹੜਾ ਰੁਖ ਲੈਂਦੀ ਹੈ, ਬਹੁਤ ਕੁਝ ਹੋਊਗਾ। ਠੀਕ ਹੈ। ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਗੱਲ ਕਰਦੇ ਹਾਂ, ਉਹ ਅੱਜ ਫੇਰ ਗਏ ਆ ਦਿੱਲੀ ਦੇ ਵਿੱਚ। ਇਹ ਵੀ ਸਵਾਲ ਚੁੱਕ ਰਹੇ ਆ ਲੋਕ ਕਿ ਗ੍ਰਹਿ ਮੰਤਰੀ ਨਾਲ ਮਿਲ ਸਕਦੇ ਆ, ਜੇ ਮਿਲ ਲਏ ਗ੍ਰਹਿ ਮੰਤਰੀ ਨਾਲ, ਅਮਿਤ ਸ਼ਾਹ ਨਾਲ, ਕੀ ਪੂਰੀ ਗੇਮ ਪਲਟ ਸਕਦੀ ਹੈ? ਦੇਖੋ ਗੱਲ ਇਹ ਹੈ, ਕੈਪਟਨ ਨੇ ਥੋੜੀ ਦੇਰ ਪਹਿਲਾਂ ਹੀ ਹੁਣੇ ਨਾ ਟਵੀਟ ਤੇ ਇੱਕ ਮੈਸੇਜ ਦਿੱਤਾ, ਤੁਹਾਨੂੰ ਉਹ ਵੀ ਦੱਸ ਦਈਏ, ਆਪਣੇ ਸਰੋਤਿਆਂ ਨੂੰ ਵੀ ਦੱਸ ਦਈਏ ਕਿ ਉਹ ਕਹਿੰਦਾ ਮੈਂ ਕਾਂਗਰਸ ਵਿੱਚ ਬਣਿਆ ਰਹਿਣਗੇ। ਉਹ ਕਹਿੰਦੇ ਆ ਵੀ ਮੈਂ ਕਾਂਗਰਸ ਵਿੱਚ ਬਣਿਆ ਰਹੂੰਗਾ। ਹੁਣ ਕਾਂਗਰਸ ਵਿੱਚ ਬਣੇ ਰਹਿਣਗੇ ਕਿਉਂਕਿ ਦੇਖੋ ਜਾਣ ਬਾਰੇ ਸੋਚਿਆ, ਪਲਾਨ ਕੀਤਾ ਵੀ ਹਾਈ ਕਮਾਂਡ ਨੂੰ ਮਿਲਣ ਜਾ ਰਹੇ ਆ, ਪ੍ਰੋਗਰਾਮ ਇਹ ਬਣਿਆ। ਉਹ ਨਾਲ ਦੀ ਨਾਲ ਉਹਨਾਂ ਨੇ ਇਹ ਬਿਆਨ ਲਾਤਾ ਕਿ ਲੋ ਜੀ ਲੋਕਾਂ ਦੇ ਕਹਿਣ ਦੇ ਮੁਤਾਬਕ ਲੋ ਜੀ ਉਹ ਹਾਈ ਕਮਾਂਡ ਦੀ ਥਾਂ ਤੇ ਨਾਲ ਹੋਮ ਮਿਨਿਸਟਰੀ ਨੂੰ ਮਿਲਣ ਜਾ ਰਹੇ ਆ, ਸੈਂਟਰ ਸਰਕਾਰ ਨੂੰ ਵੀ। ਦੇਖੋ ਪਹਿਲਾਂ ਸਰਕਾਰ ਦੇ ਵਿੱਚ ਰਹਿੰਦੇ ਹੋਏ ਇੱਕ ਮੁੱਖ ਮੰਤਰੀ ਦਾ ਚਿਹਰਾ ਬਣਦੇ ਹੋਏ ਇੱਕ ਪੰਜਾਬ ਸਟੇਟ ਦੇ ਮੁੱਖ ਮੰਤਰੀ ਸੀ, ਉਦੋਂ ਹੋਮ ਮਿਨਿਸਟਰ ਨੂੰ ਮਿਲਣਾ, ਪ੍ਰਧਾਨ ਮੰਤਰੀ ਨੂੰ ਮਿਲਣਾ ਕੁਝ ਹੋਰ ਮਾਇਨੇ ਸੀ, ਸੂਬੇ ਦੇ ਮੁੱਦੇ ਲਓ ਜੀ। ਮੈਂ ਇਸ ਕਰਕੇ ਹਜੇ ਜਦੋਂ ਕਿ ਉਹ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਕੋਈ ਹਜੇ ਬਹੁਤ ਵੱਡਾ ਉਹਦਾ ਵੀ ਨਹੀਂ ਮਿਲਿਆ, ਜਸਟ ਇੱਕ ਕਾਂਗਰਸ ਦੇ ਵਿੱਚ ਹੈਗੇ ਆ, ਇਹ ਸੀਨੀਅਰ ਨੇਤਾ ਕਹਿ ਸਕਦੇ ਆਪਾਂ, ਠੀਕ ਹੈ ਨਾ। ਉਸ ਸੀਨੀਅਰ ਨੇਤਾ ਹੋਣ ਦੇ ਨਾਤੇ ਉਹਨਾਂ ਦਾ ਬੜਾ ਵੱਡਾ ਆਪਣਾ ਰੁਤਬਾ ਹੈਗਾ, ਬਟ
ਜਿਵੇਂ ਉਹ ਇੱਥੇ ਰਾਸ਼ਟਰਵਾਦੀ ਦੀ ਗੱਲ ਕਰਦੇ ਆ, ਉਹ ਰਾਸ਼ਟਰਵਾਦ ਦੇ ਉੱਤੇ ਕੋਈ ਗੱਲ ਕਰਕੇ ਆ ਸਕਦੇ ਕਿ ਜੀ ਮੈਨੂੰ ਆਹ ਚੀਜ਼ਾਂ ਦਾ ਥੋੜਾ ਅੰਦਰੂਨੀ ਸੂਚਨਾ ਮਿਲੀ ਹੈ, ਤੇ ਬਾਕੀ ਗੱਲ ਇਹ ਗੱਲ ਕਹਿ ਸਕਦੇ ਆ ਕਿ ਕਿਆਸਾ ਕਈ ਕੁਝ ਹੋ ਸਕਦਾ। ਉਹ ਹੁਣ ਬੰਦ ਕਮਰੇ ਦੇ ਵਿੱਚ ਉਹ ਕਿਹੜੀਆਂ ਗੱਲਾਂ ਕਰਦੇ ਆ, ਕਿਹੜੀਆਂ ਗੱਲਾਂ ਨਹੀਂ ਕਰਦੇ, ਜਿੰਨੀ ਦੇਰ ਤੱਕ ਉਹ ਬਾਹਰ ਨਹੀਂ ਆਉਂਦੀਆਂ ਜਾਂ ਜਿੰਨੀ ਦੇਰ ਤੱਕ ਆਪਣੇ ਮੂੰਹ ਨਹੀਂ ਦੱਸਦੇ, ਉਨੀ ਦੇਰ ਤੱਕ ਇਹਦੇ ਉੱਤੇ ਕਹਿਣਾ ਮੈਂ ਕਹਿੰਦਾ ਮੁਨਾਸਿਬ ਨਹੀਂ ਹੈ। ਠੀਕ ਹੈ, ਸਰਕਾਰ ਬਣ ਗਈ, ਇੱਕ ਵੱਖਰੀ ਨਵੀਂ ਸਰਕਾਰ ਬਣ ਰਹੀ ਸੀ, ਕਾਂਗਰਸ ਦੇ ਵਿੱਚ ਬਣ ਗਈ ਆ, ਕੈਬਨਿਟ ਅਨਾਉਂਸ ਹੋ ਗਈ ਸੀ, ਹੁਣ ਅਹੁਦੇ ਦੇ ਦਿੱਤੇ ਗਏ ਆ, ਮੰਤਰਾਲੇ ਦੇ ਦਿੱਤੇ ਗਏ ਆ। ਸਭ ਤੋਂ ਖਾਸ ਕਿਸ ਨੂੰ ਮਿਲਿਆ ਤੇ ਸਭ ਤੋਂ ਖੁਸ਼ ਕੌਣ ਜਾਪ ਰਿਹਾ? ਦੇਖੋ ਗੱਲ ਇਹ ਹੈ, ਉਹਦੇ ਤਾਂ ਦੇਖੋ ਜਿਹੜੇ ਹੈ ਮੁੱਖ ਮੰਤਰੀ ਆਪਣੇ ਜਿਹੜੇ ਸਟੇਟ ਦੇ ਚਰਨਜੀਤ ਸਿੰਘ ਚੰਨੀ ਜੀ ਹੈ ਜੀ, ਇਸ ਟਾਈਮ ਜੋ ਲੋਕਾਂ ਦੇ ਮੂੰਹ ਚੋਂ ਸੁਣਨ ਨੂੰ ਮਿਲ ਰਿਹਾ ਜੀ, ਬਹੁਤ ਉੱਭਰ ਕੇ ਆ ਰਿਹਾ, ਬਹੁਤ ਵਧੀਆ ਔਰ ਬਹੁਤ ਵੱਡਾ ਚਿਹਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਉਹ, ਔਰ ਲੋਕਾਂ ਨੂੰ ਜਿਵੇਂ ਉਹ ਮਿਲ ਰਿਹਾ, ਕਿਸੇ ਬੰਦੇ ਦਾ ਬੱਚਿਆਂ ਦਾ ਵਿਆਹ ਹੋਇਆ ਉਹਨਾਂ ਨੂੰ ਆਸ਼ੀਰਵਾਦ ਦੇਣ ਚਲੇ ਗਏ, ਜੇ ਹੁਣ ਮੰਨ ਲਓ ਪਰਸੋਂ ਜੇ ਕੱਲ ਉੱਥੇ ਪੀਲੀ ਸੁੰਡੀ ਦੇ ਉੱਥੇ ਬਠਿੰਡੇ ਚਲੇ ਗਏ, ਉਹ ਹਰ ਜਗ੍ਹਾ ਤੇ ਪਹੁੰਚ ਰਹੇ ਆ, ਹਰ ਜਗ੍ਹਾ ਤੇ ਅਪਰੋਚ ਕਰ ਰਹੇ ਆ, ਔਰ ਉਹਨਾਂ ਦੀ ਜਿਹੜੀ ਕੋਸ਼ਿਸ਼ ਹੈ, ਉਹਨਾਂ ਨੇ ਈਵਨ ਇੱਥੇ ਤੱਕ ਕਿ ਇਹੋ ਜਿਹੇ ਝੰਡੇ ਤਿਆਰ ਕਰ ਦਿੱਤੇ ਆ ਜਿਵੇਂ ਵੀਕਲੀ ਕੈਬਨਿਟ ਦੀ ਮੀਟਿੰਗ, ਔਰ ਉਹਨਾਂ ਨੇ 100 ਦਿਨ ਦਾ ਪ੍ਰੋਗਰਾਮ ਵੀ ਲੈ ਲਿਆ ਸਾਰੇ ਮੰਤਰੀਆਂ ਤੋਂ, ਪਲੱਸ ਉਹਨਾਂ ਨੇ ਕਿਹਾ ਆਪਣਾ ਰੋਡ ਮੈਪ ਬਣਾ ਕੇ ਦਿਓ ਮੈਨੂੰ ਵੀ 100 ਦਿਨਾਂ ਦੇ ਵਿੱਚ ਤੁਸੀਂ ਕੀ ਕੀ ਕਰੋਗੇ। ਜੋ ਉਹਨਾਂ ਨੇ ਗਰੀਬ ਪਰਿਵਾਰਾਂ ਲਈ ਛੋਟੇ ਪਲਾਟਾਂ ਦੀ ਵੀ ਗੱਲ, ਉਹ ਵੀ ਪੰਚਾਇਤਾਂ ਨੂੰ ਆਰਡਰ ਕਰ ਦਿੱਤਾ, ਨੋਟੀਫਿਕੇਸ਼ਨ ਵੀ ਕੱਢਤੀ, ਉਹਦੇ ਚ ਉਹਨਾਂ ਨੇ ਕਹਿਤਾ ਵੀ ਹੁਣ ਇੱਕ ਛੋਟਾ ਜਿਹਾ ਮੈਮੋਰੈਂਡਮ ਪਾ ਕੇ ਤੁਸੀਂ ਇਹ ਕੰਮ ਕਰ ਸਕਦੇ ਹੋ। ਠੀਕ ਹੈ, ਜੋ ਮਤਲਬ ਸੁਣਨ ਚ ਆ ਰਿਹਾ, ਔਰ ਇਹ ਸਾਰੀਆਂ ਚੀਜ਼ਾਂ ਲਿਖਤ ਰੂਪ ਚ ਵੀ ਹੈਗੀਆਂ, ਔਰ ਨਾਲ ਦੀ ਨਾਲ ਜਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਦੀ ਆਪਾਂ ਗੱਲ ਕਰੀਏ, ਉਹਨਾਂ ਨੇ ਬਹੁਤ ਸਾਰੇ ਜਿਹੜੇ ਮੇਜਰ ਡਿਪਾਰਟਮੈਂਟ ਨੇ ਉਹਨਾਂ ਨੇ ਆਪਣੇ ਕੋਲ ਰੱਖੇ ਆ, ਉਹ ਡਿਪਾਰਟਮੈਂਟ ਜਿਹਦੇ ਵਿੱਚ ਕਿ ਆਪਾਂ ਵਿਜੀਲੈਂਸ ਕਹਿ ਸਕਦੇ ਆ, ਜਸਟਿਸ ਪਬਲਿਕ ਕਹਿ ਸਕਦੇ, ਪਾਵਰ ਕਹਿ ਸਕਦੇ, ਐਕਸਾਈਜ਼ ਕਹਿ ਸਕਦੇ ਆ, ਮਾਈਨਿੰਗ ਦਾ ਡਿਪਾਰਟਮੈਂਟ ਉਹਨਾਂ ਕੋਲ ਆਪਣੇ ਕੋਲੇ ਆ, ਤੇ ਉਸ ਤੋਂ ਬਾਅਦ ਆਪਾਂ ਇਨਵੈਸਟਮੈਂਟ ਪਰਫਾਰਮੈਂਸ ਦਾ ਵੀ ਜਿਹੜਾ ਡਿਪਾਰਟਮੈਂਟ ਆ ਉਹ ਵੀ ਉਹਨਾਂ ਦੇ ਕੋਲ ਆਪਣੇ ਕੋਲੇ ਆ। ਉਹ ਨਾਲ ਦੀ ਨਾਲ ਜੇ ਦੂਜੇ ਪਾਸੇ ਆਪਾਂ ਡਿਪਟੀ ਸੀਐਮ ਕਹੀਏ, ਰੰਧਾਵਾ ਸਾਹਿਬ ਕੋਲ ਵੀ ਬਹੁਤ ਅੱਛਾ, ਈਵਨ ਇੱਥੇ ਤੱਕ ਕਿ ਜਿਹੜਾ ਸਭ ਤੋਂ ਜ਼ਰੂਰੀ ਔਰ ਮੇਜਰ ਡਿਪਾਰਟਮੈਂਟ ਹੁੰਦਾ ਸਟੇਟ ਦਾ, ਹੋਮ ਅਫੇਅਰ, ਉਹ ਵੀ ਰੰਧਾਵਾ ਸਾਹਿਬ। ਛੋਟੀ ਗੱਲ ਦੇ ਵਿੱਚ ਮੈਨੂੰ ਰੰਧਾਵਾ ਸਾਹਿਬ ਦੀ ਗੱਲ ਯਾਦ ਆ ਗਈ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਰੰਧਾਵਾ ਸਾਹਿਬ ਦਾ ਜਿਸ ਤਰ੍ਹਾਂ ਦਾ ਇੱਕ ਨੇਚਰ ਬਣਿਆ ਹੋਇਆ ਹੈ ਕਿ ਬੜੇ ਅੜਬਾ, ਜੇਲ੍ਹ ਮੰਤਰੀ ਵੀ ਰਹੇ ਆ ਪਰ ਅੜਬ ਬੜੇ ਆ, ਨਵਜੋਤ ਸਿੰਘ ਸਿੱਧੂ ਕੀ ਇਹ ਸੋਚਦੇ ਹੋਣਗੇ ਕਿ ਉਹ ਮੇਰੀ ਗੱਲ ਨਹੀਂ ਮੰਨਣਗੇ ਆਉਣ ਵਾਲੇ ਸਮੇਂ 'ਚ? ਦੇਖੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਜਿਹੜੇ ਸਮੀਕਰਨ ਥੋੜੇ ਦਿਨਾਂ ਤੋਂ ਚੇਂਜ ਹੋਏ ਜੀ, ਜਦੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਗਿਆ ਜੀ, ਉਸ ਤੋਂ ਇੱਕ ਦਿਨ ਪਹਿਲਾਂ ਕੁਝ ਸਮੀਕਰਨ ਲੱਗ ਸੀ। ਠੀਕ ਹੈ, ਜਦੋਂ ਰੰਧਾਵਾ ਸਾਹਿਬ ਦਾ ਨਾਮ ਆਇਆ ਤੇ ਰੰਧਾਵਾ ਸਾਹਿਬ ਦੇ ਨਾਮ ਤੋਂ ਜਿਵੇਂ ਸ਼ਾਮ ਦੇ 5 ਵਜ ਗਏ, ਰੰਧਾਵਾ ਸਾਹਿਬ ਨੇ ਆਪਣੇ ਮੂੰਹ ਇੱਕ ਵਾਰੀ ਵੀ ਪ੍ਰੈਸ ਕਾਨਫਰੰਸਾਂ ਹੋ ਗਈਆਂ, ਘਰ ਦੇ ਬਾਹਰ ਢੋਲ ਵੱਜ ਗਏ, ਲੱਡੂ ਖਿਲਾ ਦਿੱਤੇ ਗਏ, ਔਰ ਸੀਐਮ ਇੱਕ ਟਾਈਪ ਦਾ ਵਿਕੀਪੀਡੀਆ ਤੇ ਵੀ ਆ ਗਿਆ, ਇੱਕ ਟਾਈਪ ਦਾ ਡਿਕਲੇਅਰ ਟਾਈਪ ਹੀ ਹੋ ਗਿਆ ਕਹਿ ਸਕਦੇ ਆ। ਪਰ ਉਹਨਾਂ ਨੇ ਆਪਣੇ ਮੂੰਹ ਨਹੀਂ ਕਿਹਾ ਵੀ ਜਿੰਨੀ ਦੇਰ ਤੱਕ ਮੈਨੂੰ ਲਿਖਤ ਰੂਪ ਦੇ ਵਿੱਚ ਜਾਂ ਸਰਕਾਰ ਵੱਲੋਂ ਉੱਪਰੋਂ ਹਾਈ ਕਮਾਂਡ ਤੋਂ ਨੋਟੀਫਿਕੇਸ਼ਨ ਨਹੀਂ ਆਉਂਦੀ, ਉਨੀ ਦੇਰ ਤੱਕ ਮੈਂ ਨਹੀਂ ਇਹ ਗੱਲ ਕਲੀਅਰ ਕਰਦਾ। ਠੀਕ ਹੈ, ਔਰ ਸ਼ਾਮ ਦੇ ਉਹੀ 5 ਵਜੇ ਤੋਂ ਲੈ ਕੇ 6:15 ਵਜੇ ਤੱਕ ਜਿਹੜੇ ਸਮੀਕਰਨ ਚੇਂਜ ਹੋਏ, ਔਰ ਉਹ ਜਿਹੜੀ ਅੰਦਰੂਨੀ ਗੱਲਬਾਤ ਹੈ ਵੀ ਇਹਨਾਂ ਨੇ ਉਹਨੂੰ ਰਿਕਮੈਂਡ ਕੀਤਾ, ਸ਼ਾਇਦ ਕੋਈ ਮਨ ਦੇ ਵਿੱਚ ਇਹੋ ਜੀ ਮਨ 'ਚ ਰਹਿ ਗਈ ਗੱਲ ਵੀ ਲੈ ਵੀ ਪਾਈਏਗਾ, ਔਰ ਉਸ ਦਿਨ ਤੋਂ ਬਾਅਦ ਮੈਨੂੰ ਇਹ ਲੱਗ ਵੀ ਰਿਹਾ ਕੁਝ ਉਹਨਾਂ ਦੇ ਆਪਸ ਵਿੱਚ ਬਹੁਤ ਜ਼ਿਆਦਾ, ਜਿਵੇਂ ਈਵਨ ਇੱਥੇ ਤੱਕ ਕਿ ਦੇਖੋ ਜਦੋਂ ਉਹਨਾਂ ਨੇ ਦਰਬਾਰ ਸਾਹਿਬ ਗਏ ਨਾਲ ਨਹੀਂ ਗਏ, ਔਰ ਨਾਲ ਦੀ ਨਾਲ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਉੱਥੇ ਜਦੋਂ ਬੁਲਾਇਆ ਸੀ ਉਦੋਂ ਵੀ ਨਹੀਂ ਆ, ਡਿਪਟੀ ਸੀਐਮ ਦੇ ਉਸ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਹੋਏ। ਠੀਕ ਹੈ, ਉਹ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਕੁਛ ਨਾ ਕੁਛ ਇਹ ਗੱਲ ਜਾਪਦੀ ਗੱਲ ਕਰ ਰਹੇ ਸੀ ਕਿ ਡਿਪਟੀ ਸੀਐਮ ਨੂੰ ਕੀ ਮਿਲਿਆ ਹੁਣ। ਇੱਕ ਦੇਖੋ ਡਿਪਟੀ ਸੀਐਮ ਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਅਹੁਦਾ ਹੈ ਉਹ ਹੋਮ ਅਫੇਅਰ ਉਹਨਾਂ ਕੋਲੇ ਹੈ, ਬਾਕੀ ਕਾਰਪੋਰੇਸ਼ਨ ਜੇਲ੍ਹ ਉਹਨਾਂ ਕੋਲ ਆਲਰੇਡੀ ਸੀਗਾ, ਉਹਨਾਂ ਨੂੰ 2 ਡਿਪਾਰਟਮੈਂਟ ਐਡ ਕੀਤੇ ਗਏ ਆ, ਉਹ ਜਿਹੜੇ ਡਿਪਾਰਟਮੈਂਟ ਬਹੁਤ ਅਹਿਮ ਡਿਪਾਰਟਮੈਂਟ ਨੇ। ਉਹ ਦੂਸਰੇ ਡਿਪਟੀ ਸੀਐਮ ਜਿਹੜੇ ਆਪਣੇ ਉਹਨਾਂ ਕੋਲ ਹੈਲਥ ਦਾ ਡਿਪਾਰਟਮੈਂਟ ਹੈ, ਹੋਰ ਡਿਫੈਂਸ ਡਿਪਾਰਟਮੈਂਟ ਆਪਣੇ ਸੋਨੀ ਸਾਹਿਬ, ਇਹ 2 ਡਿਪਾਰਟਮੈਂਟ ਉਹਨਾਂ ਨੂੰ 3 ਡਿਪਾਰਟਮੈਂਟ ਗਏ ਆ। ਨਾਲ ਦੀ ਨਾਲ ਤੁਹਾਨੂੰ ਦੱਸਦੀ ਜਿਹੜੇ ਬਾਕੀ ਡਿਪਾਰਟਮੈਂਟ ਆ, ਜਿਵੇਂ ਬ੍ਰਹਮਿੰਦਰਾ ਜੀ ਨੂੰ ਲੋਕਲ ਪਾਵਰ ਪਹਿਲਾਂ ਹੀ ਸੀ ਉਹਨਾਂ ਕੋਲ, ਲੋਕਲ ਡਿਪਾਰਟਮੈਂਟ ਲੋਕਲ ਗਵਰਨਮੈਂਟ ਦਾ ਆਲਰੇਡੀ ਹੈ, ਨਾਲ ਉਹਨਾਂ ਕੋਲ 2-3 ਡਿਪਾਰਟਮੈਂਟ ਅੱਗੇ ਵੀ ਪਾਰਲੀਮੈਂਟ ਫੈਕਟਸ ਹੈਗੇ ਜਿਹੜੇ ਉਹਦੇ ਅਫੇਅਰਸ, ਔਰ ਇਲੈਕਸ਼ਨ ਦਾ ਡਿਪਾਰਟਮੈਂਟ ਹੈ ਇਹ ਵੀ ਉਹਨਾਂ ਕੋਲ ਸੀਗਾ ਨਾ। ਉਸ ਤੋਂ ਨਾਲ ਆਪਾਂ ਵੀ ਕਹਿ ਦਈਏ ਕਿ ਜਿਹੜੇ ਮਨਪ੍ਰੀਤ ਬਾਦਲ ਜੀ ਕੋਲ ਉਹ ਵੀ ਉਹਨਾਂ ਦੇ ਪੁਰਾਣੇ ਡਿਪਾਰਟਮੈਂਟ ਹੈ, ਟੈਕਸੇਸ਼ਨ ਹੈ, ਫਾਈਨਾਂਸ ਹੈ। ਉਹ ਬਾਕੀ ਜੇ ਆਪਾਂ ਜੇ ਗੱਲ ਕਰੀਏ 2-4 ਡਿਪਾਰਟਮੈਂਟਾਂ ਨੂੰ ਛੱਡ ਕੇ ਫੇਰ ਬਦਲ ਛੱਡ ਕੇ ਬਾਕੀ ਡਿਪਾਰਟਮੈਂਟ ਆਲਮੋਸਟ, ਜਿਵੇਂ ਆਸ਼ੂ ਜੀ ਨੂੰ ਵੀ ਉਹੀ ਫੂਡ ਦਾ ਡਿਪਾਰਟਮੈਂਟ ਮਿਲਿਆ, ਔਰ ਇੱਕ ਪ੍ਰਗਟ ਸਿੰਘ ਜੀ ਜਿਹੜੇ ਨਵੇਂ ਚਿਹਰੇ ਆ ਉਹਨਾਂ ਨੂੰ ਇਹ ਡਿਪਾਰਟਮੈਂਟ ਆਪਣਾ ਐਜੂਕੇਸ਼ਨ ਦਾ ਪਲੱਸ ਸਪੋਰਟਸ ਦਾ ਡਿਪਾਰਟਮੈਂਟ ਹੈ ਉਹ ਨਵਾਜਿਆ ਗਿਆ। ਤੁਸੀਂ ਗੱਲ ਕਰ ਰਹੇ ਸੀ ਵੀ ਕਿਹੜੇ ਜਿਹੜੇ ਮੰਤਰੀ ਨੇ ਉਹ ਖੁਸ਼, ਉਹ ਜੋ ਮੀਡੀਆ ਦੇ ਵਿੱਚ ਵੀ ਜਾਂ ਸੋਸ਼ਲ ਮੀਡੀਆ ਦੇ ਉੱਤੇ ਵੀ ਬੜਾ ਸੁਣਨ ਨੂੰ ਮਿਲ ਰਿਹਾ, ਔਰ ਬੜੀ ਦੇਰ ਤੋਂ ਪਹਿਲਾਂ ਚਰਚਾਵਾਂ ਦੇ ਵਿੱਚ
ਅਮੂਮਨ ਰਹਿ ਰਹੇ ਸੀਗੇ ਰਾਜਾ ਵੜਿੰਗ। ਅੱਛਾ। ਉਹ ਰਾਜਾ ਵੜਿੰਗ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਕਿ ਸਾਡੇ ਵਰਗੇ ਬੰਦਿਆਂ ਨੂੰ ਵੀ ਕੋਈ ਮੰਤਰੀ ਦਾ ਚਿਹਰਾ ਮਿਲ ਜਾਵੇ, ਠੀਕ ਹੈ, ਤੇ ਸ਼ਾਇਦ ਅਸੀਂ ਵੀ ਕੁਝ ਕਰਕੇ ਦਿਖਾਈਏ। ਔਰ ਇਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਰਿਹਾ। ਔਰ ਉਹ ਜਿੱਦਾਂ ਯੂਥ ਦੇ ਪਹਿਲਾਂ ਪ੍ਰਧਾਨ ਵੀ ਰਹੇ, ਠੀਕ ਹੈ, ਨਾਲ ਦੀ ਨਾਲ ਆਪਣੇ ਉਸ ਏਰੀਏ ਦੇ ਵਿੱਚ ਮਾਲਵੇ ਦੇ ਵਿੱਚੋਂ ਉਹਨਾਂ ਨੇ ਇਹੋ ਜਿਹੇ ਕਈ ਕੰਮ ਕੀਤੇ, ਈਵਨ ਬਾਦਲਾਂ ਦੇ ਖਿਲਾਫ ਵੀ ਫਰੰਟ ਲਾਈਨ ਤੇ ਆ ਕੇ ਉਹਨਾਂ ਨੇ ਸਾਰੇ ਕੰਮ ਕੀਤੇ। ਔਰ ਉਹ ਕੰਮਾਂ ਨੂੰ ਦੇਖਦੇ ਹੋਏ ਔਰ ਉਹਨਾਂ ਦਾ ਜਿਵੇਂ ਕਿਹਾ ਜਾ ਸਕਦਾ ਵੀ ਨਾ ਪਟਾਰੀ ਖੋਲੀ ਤੇ ਉਹਨਾਂ ਦਾ ਆਪਣਾ ਚਹੇਤਾ ਡਿਪਾਰਟਮੈਂਟ ਹੀ ਆ ਗਿਆ ਟਰਾਂਸਪੋਰਟ। ਅੱਛਾ। ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਹੈ ਨਾ, ਉਹ ਉਹਨਾਂ ਨੂੰ ਇਹ ਵੀ ਪਤਾ ਕਿ ਹੁਣ ਆਪਣੇ ਵਿਰੋਧੀ ਧਿਰਾਂ ਦੇ ਕਈਆਂ ਦੇ ਟਰਾਂਸਪੋਰਟ ਦੇ ਬਿਜ਼ਨਸ ਨੇ, ਉਹ ਵਪਾਰ ਨੇ, ਉਹਨਾਂ ਨੂੰ ਦਿਮਾਗ ਦੇ ਚ ਹੁਣ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਉਹ ਆਉਣ ਵਾਲੇ ਥੋੜੇ ਦਿਨਾਂ 'ਚ ਤੁਹਾਨੂੰ ਪਤਾ ਲੱਗੂਗਾ। ਉਹ ਕੁਛ ਇਸ ਕਰਕੇ ਹੀ ਹੈ ਲੈ ਵੀ ਮੈਨੂੰ ਮੇਰੇ ਮਨ ਦਾ ਜਿਹੜਾ ਟਰਾਂਸਪੋਰਟ ਦਾ ਜਿਹੜਾ ਡਿਪਾਰਟਮੈਂਟ ਹੈ ਨਾ, ਉਹ ਮਿਲ ਗਿਆ ਜੀ। ਦੇਖੋ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਿਹਾ ਹਾਲ ਕਲਾਈਮੈਕਸ ਨੇੜੇ ਆ, ਗੱਲਾਂ ਕਾਫੀ ਰਹਿਣਗੇ ਰਾਜਨੀਤੀ ਦੀਆਂ, ਸਮਾਂ ਥੋੜਾ ਵਾ। ਇੱਕ ਬੜਾ ਅਹਿਮ ਮੁੱਦਾ, ਬੀਤੇ ਦਿਨ ਕਿਸਾਨਾਂ ਵੱਲੋਂ ਭਾਰਤ ਬੰਦ ਕੀਤਾ ਗਿਆ, ਵਧੀਆ ਹੁਲਾਰਾ ਹੰਗਾਰਾ ਮਿਲਿਆ, ਕਿਵੇਂ ਦਾ ਰਿਹਾ ਸਾਰਾ ਸੀਨ ਤੇ ਕਿਵੇਂ ਦਾ ਆਉਣ ਵਾਲਾ ਸਮਾਂ ਬਣ ਸਕਦਾ ਹੈ? ਦੇਖੋ ਗੱਲ ਇਹ ਹੈ, ਜਿਹੜੀ ਅੱਜ ਦੀ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ, ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਕੁਐਸਚਨ ਆਇਆ ਸੀ ਉੱਥੇ। ਠੀਕ ਹੈ। ਉਸ ਮੀਟਿੰਗ ਦੇ ਦੌਰਾਨ ਜਿਵੇਂ ਜੋ ਕਾਲੇ ਕਾਨੂੰਨਾਂ ਬਾਰੇ ਜਿਹਦੇ ਕਰਕੇ ਕੱਲ ਭਾਰਤ ਬੰਦ ਦੀ ਕਾਲ ਕੀਤੀ ਗਈ ਜੀ, ਔਰ ਬਹੁਤ ਵੱਡਾ ਹੁੰਗਾਰਾ ਮਿਲਿਆ। ਈਵਨ ਇੱਥੇ ਤੱਕ ਵਪਾਰੀ ਵਰਗ, ਮਜ਼ਦੂਰ ਵਰਗ, ਜਿੰਨੀਆਂ ਜਥੇਬੰਦੀਆਂ 31-32 ਪੰਜਾਬ ਦੀਆਂ ਪਲੱਸ ਪੂਰੇ ਭਾਰਤ ਦੀਆਂ ਸਾਰੇ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਇਹ ਜਿਹੜਾ ਕੰਮ ਕੀਤਾ। ਔਰ ਇਹ ਜਿਹੜੀ ਕਾਲ ਹੈ ਆਲਰੇਡੀ ਮਹੀਨਾ ਪਹਿਲਾਂ ਡਿਕਲੇਅਰ ਕੀਤੀ ਗਈ ਸੀ, ਔਰ ਕਾਫੀ ਹੱਦ ਤੱਕ ਲੋਕਾਂ ਨੂੰ ਇਹਦੇ ਬਾਰੇ ਪਤਾ ਸੀ। ਕੁਝ ਕੁ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਤਕਲੀਫ ਹੋਈ ਹੈ, ਕੁਝ ਟਰਾਂਸਪੋਰਟੇਸ਼ਨ ਦੀ, ਮੰਨ ਲਓ ਟ੍ਰੇਨਾਂ ਦੀ, ਥੋੜੀ ਬਹੁਤੀ 20-22 ਟ੍ਰੇਨਾਂ ਪੰਜਾਬ 'ਚ ਵੀ ਥੋੜੀਆਂ ਰੱਦ ਕੀਤੀਆਂ ਗਈਆਂ। ਕਈ ਬੰਦਿਆਂ ਨੂੰ ਜਿਹੜਾ ਟਾਈਮ ਤੇ ਪਹੁੰਚਾਉਣ ਵਾਲਿਆਂ ਉਹਨਾਂ ਨੂੰ ਥੋੜੀ ਦਿੱਕਤ ਪਰੇਸ਼ਾਨੀ ਵੀ ਹੋਈ ਹੈ, ਬਟ ਉਹ ਸਾਰੀ ਦਿੱਕਤ ਪਰੇਸ਼ਾਨੀਆਂ ਨੂੰ ਕਿਸਾਨਾਂ ਨੇ ਉਹਨਾਂ ਦਾ ਸਹਿਯੋਗ ਵੀ ਕੀਤਾ, ਈਵਨ ਖਾਣੇ ਪੀਣੇ ਦਾ ਇੰਤਜ਼ਾਮ ਵੀ ਕੀਤਾ। ਥੋੜੀ ਦੇਰ ਪਹਿਲਾਂ ਹੁਣੇ ਮੈਂ ਦੇਖ ਰਿਹਾ ਸੀ ਕਿ ਗੱਡੀ ਦੇ ਵਿੱਚ, ਇੱਕ ਟ੍ਰੇਨ ਦੇ ਵਿੱਚ ਕਿਸਾਨ ਜਿਹੜੇ ਵਿਚਾਰੇ ਵੇਟ ਕਰ ਰਹੇ ਸੀ ਸ਼ਾਮ 4 ਵਜਣ ਦੇ, ਉਹਨਾਂ ਨੂੰ ਖਾਣਾ ਪੀਣਾ, ਲੱਸੀ, ਹਰ ਚੀਜ਼ ਉਹਨੇ ਮੁਹੱਈਆ ਕਰਾਈ। ਔਰ ਇਹ ਸਾਰੀਆਂ ਚੀਜ਼ਾਂ ਔਰ ਬੜੀ ਸ਼ਾਂਤਮਈ ਵਾਤਾਵਰਨ ਇਹ ਜਿਹੜਾ ਕੱਲ ਦਾ ਪ੍ਰੋਗਰਾਮ ਹੋਇਆ। ਔਰ ਸਰਕਾਰ ਨੂੰ ਕਈ ਜਗ੍ਹਾ ਤੇ ਸਾਡੇ ਪੱਤਰਕਾਰਾਂ ਨੇ ਵੀ, ਸਾਡੇ ਜਿਹੜੇ ਨੁਮਾਇੰਦੇ ਨੇ, ਔਰ ਈਵਨ ਦਿੱਲੀ ਤੱਕ ਵੀ ਬੜੀ ਜਗ੍ਹਾ ਤੇ ਉਹਨਾਂ ਨੇ ਸਾਰਿਆਂ ਨੂੰ ਸਾਨੂੰ ਭੇਜੀ ਹੈ। ਈਵਨ ਬਹੁਤ ਸਾਰੇ ਜਿਹੜੇ ਕਿਸਾਨ ਸੀ ਉਹਨਾਂ ਨੇ ਬਾਈਟਾਂ ਲੈ ਕੇ ਉਹਨੂੰ ਭੇਜਿਆ ਵੀ ਅਸੀਂ ਤਾਂ ਹਮੇਸ਼ਾ ਗੱਲ ਕਰਨ ਦੇ ਵਾਸਤੇ ਤਿਆਰ ਬੈਠੇ ਆ ਵੀ, ਪਰ ਸਰਕਾਰ ਨੇ ਜਿਹੜੇ ਦਰਵਾਜ਼ੇ ਬੰਦ ਕੀਤੇ ਹੋਏ। ਈਵਨ ਤੋਮਰ ਸਾਹਿਬ ਦੇ ਉੱਤੇ ਡਾਇਰੈਕਟਰੀ ਉਹਨਾਂ ਨੇ ਕਈ ਚੀਜ਼ਾਂ ਕਹੀਆਂ ਵੀ ਸਰਕਾਰ ਅੱਜ ਵੀ ਸਾਨੂੰ ਸੱਦੇ ਬੈਠਣ ਦਾ ਜਿਹੜਾ ਪ੍ਰਕਿਰਿਆ ਜਿਹੜੀ ਚੱਲ ਰਹੀ ਸੀ ਜਾਂ ਗੱਲਬਾਤ ਟੇਬਲ ਦੀ, ਉਹ ਖਤਮ ਨਾ ਕੀਤੀ ਜਾਵੇ। ਅਸੀਂ ਵੀ ਇਹ ਗੱਲ ਆਪਣੇ ਸਰੋਤਿਆਂ ਨੂੰ ਵੀ ਪਲੱਸ ਸੈਂਟਰ ਗਵਰਨਮੈਂਟ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜੋ ਕੱਲ ਦੀ ਇੰਨੇ ਕਰੋੜਾਂ ਰੁਪਏ ਦਾ, ਅਰਬਾਂ ਰੁਪਏ ਦਾ ਜਿਹੜਾ ਨੁਕਸਾਨ ਹੋਇਆ ਔਰ ਪਬਲਿਕਲੀ ਜੋ ਹਰਾਸਮੈਂਟ ਹੋਈ ਹੈ, ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਨੂੰ ਇੱਕ ਵਾਰੀ ਫਿਰ ਸੋਚਣਾ ਚਾਹੀਦਾ ਕਿ ਇਸ ਚੀਜ਼ ਦਾ ਹੱਲ ਕੱਢਿਆ ਜਾਵੇ ਔਰ ਬੈਠ ਕੇ ਮੀਟਿੰਗ ਨਾਲ ਜਿਹੜਾ ਮੁੱਦਾ ਮੀਟਿੰਗ ਨਾਲ ਹੱਲ ਹੋ ਸਕਦਾ ਹੈ, ਕੁਝ ਵੀ ਉਹਦੇ ਵਿੱਚ, ਚਾਹੇ ਜਿੱਦਾਂ ਕਿ ਕਿਸਾਨ ਵੀ ਔਰ ਪਲੱਸ ਸਰਕਾਰ ਵੀ ਜਿਸ ਚੀਜ਼ 'ਚ ਰਾਜੀ ਹੋਵੇ, ਉਹ ਕੰਮ ਨੂੰ ਕਿਸੇ ਨਾ ਕਿਸੇ ਟੇਬਲ ਤੇ ਬੈਠ ਕੇ ਸ਼ਾਂਤਮਈ ਤਰੀਕੇ ਨਾਲ ਇਹਨੂੰ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ, ਦੇਖੋ ਸੈਂਟਰ ਸਰਕਾਰ ਨੂੰ ਵੀ ਪਤਾ ਹੈ ਆਉਣ ਵਾਲੇ 22 ਦੀਆਂ 5-6 ਸੂਬਿਆਂ ਦੀਆਂ ਉਹਨਾਂ ਦੀਆਂ ਇਲੈਕਸ਼ਨਾਂ ਆ ਰਹੀਆਂ, ਉਹ 24 ਕਿਹੜਾ ਦੂਰ ਹੈ, ਤੇ ਮੋਦੀ ਸਾਹਿਬ ਦੀਆਂ ਇਲੈਕਸ਼ਨਾਂ ਵੀ 24 ਨੂੰ ਆ ਰਹੀਆਂ। ਬਾਰ-ਬਾਰ ਕਿਸਾਨ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਇਹ ਜਿਹੜੇ ਕਾਨੂੰਨ ਜਿਹੜੇ ਹੈਗੇ ਆ, ਜਿਹੜੇ ਕਾਲੇ ਕਾਨੂੰਨ ਹੈ ਕੈਂਸਲ ਹੋਣੇ ਚਾਹੀਦੇ ਆ, ਵੀ ਇਹ ਸਾਡੇ ਲਈ ਮੌਤ ਦਾ ਹੈਗਾ ਫਰਮਾਨ ਹੈ। ਔਰ ਨਾਲ ਦੀ ਨਾਲ ਉਹ ਇਹ ਵੀ ਗੱਲ ਕਰਨੇ, ਕੋਈ ਨਹੀਂ ਭਾਵੇਂ ਸਾਨੂੰ 24 ਤੱਕ ਬੈਠਣਾ ਹੋਵੇ, ਕੇਸ ਸ਼ਿਕਾਇਤ ਕਹਿੰਦੇ 10 ਸਾਲ ਬਹਿ ਜਾਏ, ਸਾਨੂੰ ਕੋਈ ਪਰਵਾਹ ਨਹੀਂ। ਉਹ ਈਵਨ ਇੱਥੇ ਤੱਕ ਕਿ ਉਹਨਾਂ ਦਾ ਟਾਰਗੇਟ ਫਿਰ ਉਹੀ ਆ ਜਾਂਦਾ ਵੀ 24 ਦਾ ਮਤਲਬ ਹੈ ਕਿ ਮੋਦੀ ਦੇ ਇਲੈਕਸ਼ਨ ਵੀ। ਹੁਣ ਇਹ ਹੈ ਵੀ ਉਹ ਜਿਹੜਾ ਕੱਲ ਨੂੰ ਹੁਣ ਇਹ ਸਾਰੀਆਂ ਚੀਜ਼ਾਂ ਮੇਰਾ ਖਿਆਲ ਹੈ ਕਿ ਮੋਦੀ ਸਾਹਿਬ ਨੂੰ ਵੀ ਸੋਚਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਦੇ ਸਾਹਮਣੇ ਹੈ ਵੈਸਟ ਬੰਗਾਲ ਉਹਨਾਂ ਨੇ ਕਿੰਨਾ ਜ਼ੋਰ ਲਾਇਆ ਔਰ ਉਹਨਾਂ ਨੂੰ ਕਿੰਨਾ ਉਸ ਚੀਜ਼ ਦਾ ਮਤਲਬ ਮੂੰਹ ਦੇਖਣਾ ਪਿਆ, ਸਾਰਾ ਕੁਝ ਸਾਰੀ ਚੀਜ਼ਾਂ ਸਾਹਮਣੇ ਹੈ। ਇਹ ਸਾਰੀਆਂ ਚੀਜ਼ਾਂ ਮੇਰੇ ਹਿਸਾਬ ਨਾਲ ਜੋ ਮੈਨੂੰ ਜਾਪਦਾ ਹੈ, ਇੱਕ ਐਜ਼ ਏ ਲੋਕਾਂ ਦੀ ਪ੍ਰਕਿਰਿਆ ਨਾਲ ਕਿਸਾਨਾਂ ਦੀਆਂ ਜਿਹੜੀਆਂ ਗੱਲਾਂ ਉਹ ਮੈਂ ਮੁੱਖ ਰੱਖਤੀਆਂ ਆਪਣੇ ਵੱਲੋਂ, ਨਾ ਕਹਿ ਕੇ ਉਹਨਾਂ ਵੱਲੋਂ ਸਾਰੀਆਂ ਜਿਹੜੀ ਚੀਜ਼ਾਂ ਵੀ ਇਹ ਜ਼ਰੂਰ ਬੈਠ ਕੇ ਮਸਲਾ ਹੱਲ ਹੋ ਜਾਣਾ ਚਾਹੀਦਾ। ਔਰ ਆਪਣੇ ਇੱਕ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਕਿ ਆਪਣੇ ਚੰਨੀ ਸਾਹਿਬ ਨੇ ਵੀ ਈਵਨ ਇੱਥੇ ਤੱਕ ਕਿਹਾ ਕਿ ਇਹ ਜਿਹੜੇ ਕਾਲੇ ਕਾਨੂੰਨ ਹੈ, ਮੈਨੂੰ ਚਾਹੇ ਸਪੈਸ਼ਲ ਕੈਬਨਿਟ ਬੁਲਾਉਣੀ ਪਵੇ, ਸੈਸ਼ਨ ਬੁਲਾਉਣਾ ਪਵੇ, ਉਸ ਸੈਸ਼ਨ ਦੇ ਦੌਰਾਨ ਇੱਥੇ ਬਿੱਲ ਇਹ ਮੈਂ ਹਰ ਕੀਮਤ ਤੇ ਮੈਂ ਕਿਸਾਨਾਂ ਦੇ ਨਾਲ ਆ, ਮੈਂ ਬਿੱਲ ਕੈਂਸਲ ਕਰਾ ਕੇ ਹੀ ਛੱਡੂੰਗਾ। ਔਰ ਮੈਂ ਮੋਢੇ ਨਾਲ ਮੋਢਾ ਲਾ ਕੇ ਕਿਸਾਨਾਂ ਦੇ ਨਾਲ ਖੜਾ ਵਾਂ, ਜਿੱਥੇ ਮੇਰੀ ਜਦੋਂ ਮਰਜ਼ੀ ਮੇਰੀ ਲੋੜ ਹੋਵੇ 24/7 ਮੇਰਾ ਫੋਨ ਖੁੱਲਾ ਹੈ, ਮੇਰੇ ਦਰਵਾਜ਼ੇ ਖੁੱਲੇ ਆ। ਈਵਨ ਉਹਨਾਂ ਨੇ ਸਾਰੇ ਆਪਣੇ ਪੰਜਾਬ ਦੇ ਈਵਨ ਕਾਂਗਰਸ ਦੇ ਜਿਹੜੇ ਵਿਧਾਇਕ, ਸਰਪੰਚ, ਕੌਂਸਲਰ ਤੱਕ ਨੂੰ ਉਹਨਾਂ ਨੇ
ਪਬਲਿਕਲੀ ਐਡਮਿਨਿਸਟ੍ਰੇਸ਼ਨ ਨੂੰ ਐਲਾਨ ਕਰਤਾ ਵੀ ਐਸਡੀਐਮ ਆਪਣੇ ਆਪਣੇ ਡਿਸਟ੍ਰਿਕਟਾਂ ਦੇ ਵਿੱਚੋਂ ਉਹਨਾਂ ਦੇ ਪਾਸ ਬਣਾ ਕੇ ਉਹ ਜਦੋਂ ਮਰਜ਼ੀ ਤੁਸੀਂ ਮੈਨੂੰ ਡਾਇਰੈਕਟਲੀ ਮਿਲ ਸਕਦੇ ਹੋ। ਜਿਹੜੀਆਂ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਕੇਸਾਂ ਲਗਾਈਆਂ ਜਾਂਦੀਆਂ ਸੀ, ਲੈ ਵੀ ਕੈਪਟਨ ਸਾਹਿਬ ਨੂੰ ਮਿਲਣਾ ਬੜਾ ਔਖਾ ਹੈ, ਉਹਨਾਂ ਨੇ ਆਪਣੇ ਆਪ ਨੂੰ ਈਜ਼ੀ ਟੂ ਮਿਲਣ ਦਾ ਪਲਾਨ ਕੀਤਾ ਵੀ ਮੈਨੂੰ ਕੋਈ ਵੀ ਬੰਦਾ ਮਿਲ ਸਕਦਾ ਹੈ। ਕਿਸੇ ਦੀ ਕੋਈ ਦਿੱਕਤ ਪਰੇਸ਼ਾਨੀ ਹੈ, ਉਹ ਦਿੱਕਤ ਪਰੇਸ਼ਾਨੀ ਨੂੰ ਮੈਂ ਮੁੱਖ ਰੱਖਦੇ ਹੋਏ ਇਹ ਪੰਜਾਬ ਨੂੰ ਮੈਂ ਜੋ ਮੇਰੇ ਮਨ ਦੇ ਵਿੱਚ ਮੇਰਾ ਟਾਰਗੇਟ ਹੈ ਜਾਂ ਇੱਕ 골ਡਨ ਇੱਕ ਸੋਨੇ ਦੀ ਚਿੜੀਆ ਮੈਂ ਬਣਾ ਕੇ ਛੱਡੂੰਗਾ। ਔਰ ਮੇਰਾ ਇਹ ਟਾਰਗੇਟ ਹੈ, ਮੈਂ ਪਿੱਛੇ ਖਤਮ 100 ਦਿਨਾਂ ਦਾ ਵੀ ਜਿਹੜਾ ਮੈਨੂੰ ਟਾਈਮ ਮਿਲਿਆ ਮੈਂ ਇੱਕ ਦਿਨ ਇੱਕ ਟਾਈਮ ਇਹਦੇ ਉੱਤੇ ਲਗਾਉਂਗਾ ਜੀ। ਇਹ ਉਹਨਾਂ ਨੇ ਆਪਣੇ ਮੂੰਹ ਬਿਆਨਾਂ 'ਚ ਕਿਹਾ ਜੀ। ਤੁਸੀਂ ਸਾਡੇ ਚਰਚਾ ਦੇ ਪ੍ਰੋਗਰਾਮ 'ਚ ਆਏ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਕੀ ਕਰਨਗੇ, ਆਮ ਆਦਮੀ ਪਾਰਟੀ ਵਿੱਚ ਕੀ ਵੱਡਾ ਹੋਵੇਗਾ, ਇਹਨਾਂ ਸਭ ਮੁੱਦਿਆਂ ਨੂੰ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ ਜੀ।